ਸਤਨਾਮ ਵਾਹਿਗੁਰੂ ਸਾਹਿਬ ਜੀਓ। ਕਿ ਹੁਸਨਲ ਵਜੂ ਹੈ ਤਮਾਮੁਲ ਰਜੂ ਹੈ। ਕਿ ਹੁਸਨਲ ਵਜੂ ਹੈ ਤਮਾਮੁਲ ਰਜੂ ਹੈ। ਹਮੇਸ਼ੁਲ ਸਲਾਮੈ ਸਲੀਖਤ ਮੁਦਾਮੈ। ਗਨੀਮੁਲ ਸ਼ਿਕਸਤੈ ਗਰੀਬੁਲ ਪਰਸਤੈ। ਬਿਲੰਦੁਲ ਮਕਾਨੈ ਜ਼ਮੀਨੁਲ ਜਮਾਨੈ। ਤਮੀਜ਼ੁਲ ਤਮਾਮੈ ਰਜੂਅਲ ਨਿਧਾਨੈ। ਹਰੀ ਫੁੱਲ ਅਜੀਮੈ ਰਜਾਇਕ ਯਕੀਨੈ। ਅਨੇਕੁਲ ਤਰੰਗ ਹੈ ਅਭੇਦ ਹੈ ਅਭੰਗ ਹੈ। ਅਜ਼ੀਜ਼ੁਲ ਨਿਵਾਜ ਹੈ ਗਨੀਮੁਲ ਖਿਰਾਜ ਹੈ। ਨਿਰੁਕਤ ਸਰੂਪ ਹੈ ਤ੍ਰਿਮੁਕਤ ਵਿਭੂਤ ਹੈ। ਪ੍ਰਭੁਗਤ ਪ੍ਰਭਾ ਹੈ ਸੋ ਜੁਗਤ ਸੁਦਾ ਹੈ। ਪ੍ਰਭੁਗਤ ਪ੍ਰਭਾ ਹੈ ਸੋ ਜੁਗਤ ਸੁਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਸਰਬ ਕਲਾ ਸਮਰੱਥ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਅੰਦਰ ਜੁੜ ਬੈਠੇ ਗੁਰੂ ਸਵਾਰੇ ਸਤ ਸੰਗੀ ਜਨੋ, ਆਪ ਜੀ ਨੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਪਵਿੱਤਰ ਬਾਣੀ ਧੁਰ ਕੀ ਬਾਣੀ ਜਾਪ ਸਾਹਿਬ ਦੇ ਕੁਝ ਛੰਦ ਸਰਵਣ ਕੀਤੇ ਹਨ। ਇਸ ਬਾਣੀ ਦੀ ਇੱਕ ਵਿਸ਼ੇਸ਼ਤਾ ਹੈ। ਇੱਕ ਪਾਸੇ ਇਸ ਬਾਣੀ ਵਿੱਚ ਅਕਾਲ ਪੁਰਖ ਦੀ ਤਸਵੀਰ ਬੜੇ ਢੰਗ ਨਾਲ ਸਤਿਗੁਰਾਂ ਨੇ ਬਿਆਨ ਕੀਤੀ ਹੈ। ਉਹਦੇ ਸੁਭਾਅ ਨੂੰ ਵੀ ਇਹਦੇ ਵਿੱਚ ਬਾਣੀ ਵਿੱਚ ਪ੍ਰਗਟ ਕੀਤਾ ਗਿਆ ਹੈ। ਉੱਥੇ ਇਹ ਬਾਣੀ ਜਿਹੜੀ ਇਹ ਅਵਸਥਾਵਾਂ ਨੇ ਇਹ ਜਗਿਆਸੂ ਦੀਆਂ ਨੇ, ਜਿਹੜਾ ਬ੍ਰਹਮ ਗਿਆਨ ਵਿੱਚ ਨਿਪੁੰਨ ਹੋ ਜਾਏ। ਇਹ ਤਿੰਨ ਚੀਜ਼ਾਂ ਇਸ ਬਾਣੀ ਵਿੱਚੋਂ ਮਿਲਦੀਆਂ ਕਿ ਉਹਨੂੰ ਜਪਣ ਵਾਲਿਆਂ ਦੀ ਇਹ ਦਸ਼ਾ ਹੈ ਜੋ ਇਸ ਬਾਣੀ ਵਿੱਚ ਲਿਖੀ ਹੋਈ ਹੈ। ਸਤਿਗੁਰਾਂ ਨੇ ਅੱਜ ਦੇ ਇਸ ਬਚਨ ਵਿੱਚ ਕਿਰਪਾ ਕੀਤੀ ਹੈ। ਕਹਿਣ ਲੱਗੇ ਕਿ ਹੁਸਨਲ ਵਜੂ ਹੈ ਤਮਾਮੁਲ ਰਜੂ ਹੈ। ਹੁਸਨ ਕਹਿੰਦੇ ਨੇ ਸੁੰਦਰਤਾ ਨੂੰ,
ਅਕਾਲ ਪੁਰਖ ਵਾਹਿਗੁਰੂ ਬਹੁਤ ਸੁੰਦਰ ਹੈ, ਅਤ ਸੁੰਦਰ ਹੈ। ਗੁਰਬਾਣੀ ਵਿੱਚ ਆਪਾਂ ਬਚਨ ਪੜ੍ਹਦੇ ਹਾਂ ਕਿ ਜਿਹੜੇ ਉਹਦੇ ਨਾਲ ਜੁੜੇ ਸਭ ਤੋਂ ਪਹਿਲੀ ਜਿਹੜੀ ਉਹਨਾਂ ਦੀ ਪ੍ਰਤੀਤੀ ਹੈ ਉਹ ਸੁੰਦਰਤਾ ਹੈ। ਇਸ ਕਰਕੇ ਫਿਰ ਉਹ ਬਾਹਰ ਉਹਨਾਂ ਦਾ ਸੰਸਾਰ ਵੱਲੋਂ ਖਿੱਚ ਕੁਦਰਤੀ ਘਟ ਜਾਂਦੀ ਹੈ। ਜਿਵੇਂ ਇਸ ਸੰਸਾਰ ਦੇ ਵਿੱਚ 1000 ਆਦਮੀ ਖੜਾ ਹੋਵੇ, 1000 ਸ਼ਖਸੀਅਤ ਖੜੀ ਹੈ, ਤੇ ਉਹਦੇ ਵਿੱਚੋਂ ਇੱਕ ਤੇ ਧਿਆਨ ਟਿਕ ਜਾਏ ਜੋ ਸੁੰਦਰ ਹੈ, ਤੇ ਬਾਕੀ ਜਿਹੜੇ ਗੁਰੂ ਕੇ ਸਵਾਰੇ ਉਹ 999 ਨੇ ਉਹ ਆਪੇ ਆਪ ਭੁੱਲ ਜਾਣਗੇ, ਅਨਗੌਰ ਆਪੇ ਹੋ ਜਾਣਗੇ, ਉਹਨਾਂ ਨੂੰ ਬੰਦਾ ਵੇਖਦਾ ਹੀ ਨਹੀਂ। ਕਿਉਂਕਿ ਜਿੱਥੇ ਸੁੰਦਰਤਾ ਹੈ ਉੱਥੇ ਖਿੱਚ ਵਧੀ ਤੇ ਦੂਜੇ ਆਪੇ ਭੁੱਲ ਗਏ, ਉਹਨਾਂ ਨੂੰ ਛੱਡਣਾ ਨਹੀਂ ਪਿਆ। ਇਸੇ ਤਰ੍ਹਾਂ ਗੁਰਬਾਣੀ ਵਿੱਚ ਇੱਕ ਦਸ਼ਾ ਕਹੀ ਗਈ ਹੈ, ਕਹਿੰਦੇ ਜਿਹੜੇ ਰੱਬ ਦੇ ਪਿਆਰੇ ਨੇ ਸੰਸਾਰ ਨੂੰ ਛੱਡ ਦਿੰਦੇ ਨੇ, ਪਰ ਨਹੀਂ ਛੱਡਦੇ ਨਹੀਂ। ਜਦੋਂ ਉਸ ਇੱਕ ਨੂੰ ਵਹਿੰਦੇ ਨੇ ਤੇ ਉਹਦੇ ਮੁਕਾਬਲੇ ਤੇ ਸੰਸਾਰ ਫਿੱਕਾ ਪੈ ਜਾਂਦਾ, ਕਰੂਪ ਹੋ ਜਾਂਦਾ, ਆਪੇ ਹੀ ਛੁੱਟ ਜਾਂਦਾ, ਛੱਡਣਾ ਪੈਂਦਾ ਹੀ ਨਹੀਂ। ਜਦੋਂ ਇੱਕ ਪਾਸੇ ਇੰਨੀ ਸੁੰਦਰਤਾ ਦਿਸੀ ਤੇ ਦੂਸਰੇ ਪਾਸੇ ਫਿਰ ਸੁੰਦਰ ਤੇ ਹੈ ਸੰਸਾਰ, ਕੋਈ ਸ਼ੱਕ ਨਹੀਂ। ਇੱਥੇ ਸੁੰਦਰਤਾ ਵੀ ਹੈ, ਇੱਥੇ ਸ਼ਕਤੀ ਵੀ ਹੈ, ਬੜਾ ਕੁਝ ਹੈ, ਪਰ ਇਹ ਸੁੰਦਰਤਾ ਫਿਰ ਛੋਟੀ ਰਹਿ ਗਈ। ਵੱਡਾ ਸੋਹਣਾ ਸਰੂਪ ਦਿਸਿਆ, ਦੀਦਾਰ ਹੋਏ, ਜਦੋਂ ਉਹਨੂੰ ਦੇਖਿਆ ਤੇ ਇੱਥੋਂ ਦੀ ਸੁੰਦਰਤਾ ਆਪੇ ਫਿੱਕੀ ਪੈ ਗਈ। ਇਸ ਕਰਕੇ ਸੰਸਾਰ ਛੁੱਟਦਾ ਨਹੀਂ, ਛੱਡਿਆ ਨਹੀਂ ਜਾ ਸਕਦਾ, ਛੁੱਟ ਜਾਂਦਾ ਹੈ, ਛੱਡਣ ਨਾਲ ਕਦੀ ਨਹੀਂ ਛੁੱਟਦਾ। ਤੁਸੀਂ ਕਦੀ ਵੇਖਣਾ ਜਿਹੜੀ ਚੀਜ਼ ਨੂੰ ਬੰਦਾ ਬੜੇ ਧਿਆਨ ਨਾਲ ਕਿਸੇ ਵਸਤੂ ਨੂੰ ਛੱਡਦਾ ਤੇ ਬਾਹਰੋਂ ਤੇ ਛੱਡ ਜਾਂਦਾ, ਪਰ ਅੰਦਰਲਾ ਧਿਆਨ ਉਹਦੇ ਵਿੱਚ ਰਹਿ ਜਾਂਦਾ ਹੈ। ਬਾਹਰੋਂ ਛੱਡ ਦਿੰਦਾ, ਅੰਦਰੋਂ ਛੁੱਟਦੀ ਨਹੀਂ। ਇਸ ਕਰਕੇ ਜਿਹੜਾ ਰਾਹ ਸਾਨੂੰ ਸਤਿਗੁਰਾਂ ਨੇ ਦੱਸਿਆ ਵੀ ਕੁਝ ਤਾਂ ਠੀਕ ਹੈ, ਤੂੰ ਤਿਆਗ ਵੀ ਕਰ, ਕੋਈ ਸ਼ੱਕ ਨਹੀਂ, ਕੁਝ ਨਾ ਕੁਝ ਹਿੰਮਤ ਕਰੇਗਾ, ਤਿਆਗੇਗਾ, ਛੱਡੇਗਾ, ਜ਼ੋਰ ਵੀ ਲਾਉਣਾ ਪਏਗਾ, ਤਾਂ ਤੂੰ ਅੱਗੇ ਤੇਰੇ ਕੋਲ ਕੁਝ ਨਾ ਕੁਝ ਸ਼ਕਤੀ ਬਣੇਗੀ ਉਸ ਰਾਹ 'ਤੇ ਤੁਰਨ ਦੀ। ਕੁਝ ਤੂੰ ਇਹ ਖਿਆਲ ਕਰ ਬਈ ਇਹ ਸਾਰਾ ਨਹੀਂ ਤੇਰੇ ਤੋਂ ਛੁੱਟਣਾ, ਜਿਉਂ-ਜਿਉਂ ਅਗਲੇ ਨੂੰ ਫੜੇਗਾ ਪਿਛਲਾ ਛੁੱਟਦਾ ਜਾਏਗਾ। ਸਤਿਗੁਰੂ ਨੇ ਬਚਨ ਕੀਤਾ, ਕਹਿੰਦੇ ਜਿਨ੍ਹਾਂ ਨੂੰ ਗੁਰੂ ਅਮਰਦਾਸ ਜੀ ਕਹਿੰਦੇ ਨਾਮ ਦਾ ਆਧਾਰ ਮਿਲ ਗਿਆ, ਉਹਨਾਂ ਦਾ ਸਾਰੀਆਂ ਸੰਸਾਰ ਦੀਆਂ ਤ੍ਰਿਸ਼ਨਾਵਾਂ ਆਪੇ ਹੀ ਲੈ ਗਈਆਂ, ਲਾਉਣੀਆਂ ਨਹੀਂ ਪਈਆਂ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਗਵਾਚ ਗਈਆਂ ਭੁੱਖਾਂ, ਛੱਡੀਆਂ ਨਹੀਂ। ਤਾਂ ਇਹ ਜਿਹੜੀ ਹੈ ਸੰਪੂਰਨ ਵੈਰਾਗ ਦੀ ਪ੍ਰਸਥਿਤੀ, ਜਿਹਦੇ ਵਿੱਚ ਸੰਸਾਰ ਦੇ ਵਿੱਚ ਰਹਿੰਦਿਆਂ ਬੰਦਾ ਇਹਦੇ ਤੋਂ ਅਲੱਗਾ ਹੋ ਜਾਂਦਾ, ਉਹ ਹੈ ਰੱਬ ਨਾਲ ਜੁੜਨ ਦੀ ਪ੍ਰਕਿਰਿਆ। ਸੰਸਾਰ ਤਾਂ ਛੁੱਟਦਾ ਹੈ। ਤੇ ਸਾਹਿਬ ਕਲਗੀਆਂ ਵਾਲੇ ਨੇ ਅੱਜ ਬਚਨ ਕੀਤਾ, ਕਹਿਣ ਲੱਗੇ ਕਿ ਹੁਸਨਲ ਵਜੂ ਹੈ, ਤੂੰ ਸੁੰਦਰਤਾ ਦਾ ਇੰਨਾ ਵੱਡਾ ਵਜੂਦ ਹੈ, ਇੱਕ ਐਸੀ ਸ਼ਖਸੀਅਤ ਹੈ ਜਿਹਦੇ ਅੰਦਰ ਬੜੀ ਵੱਡੀ ਸੁੰਦਰਤਾ ਹੈ, ਤੇਰੇ ਵਿੱਚੋਂ ਡੁੱਲ ਡੁੱਲ ਕੇ ਬਾਹਰ ਪੈ ਰਹੀ ਹੈ ਕਿ ਸੁੰਦਰ ਸਰੂਪ ਹੋ, ਕਿ ਭੂਪਣ ਕੇ ਭੂਪ ਹੋ। ਇਹ ਗੱਲਾਂ ਇਸ ਤਰ੍ਹਾਂ ਕੀਤੀਆਂ ਜਿਵੇਂ ਸਾਹਮਣੇ ਕਿਸੇ ਦੇ ਬੈਠ ਕੇ ਕਰੀਦੀਆਂ ਨੇ, ਕਿ ਸੁੰਦਰ ਸਰੂਪ ਹੋ। ਜਾਂ ਬਾਣੀ ਵਿੱਚ ਸਾਹਿਬ ਨੇ ਬਚਨ ਕੀਤੇ, ਮੇਰੋ ਸੁੰਦਰ ਕਹੋ ਮਿਲੈ ਕਿਤ ਗਲੀ, ਕਿਹੜੀ ਗਲੀ ਹੈ ਜਿਹਦੇ ਵਿੱਚ ਮੇਰਾ ਸੁੰਦਰ ਅਕਾਲ ਪੁਰਖ ਮੈਨੂੰ ਮਿਲ ਸਕਦਾ, ਉਹਦੇ ਘਰ ਨੂੰ ਗਲੀ ਕਿਹੜੀ ਜਾਂਦੀ। ਮੇਰੋ ਸੁੰਦਰ ਕਹੋ ਮਿਲੈ ਕਿਤ ਗਲੀ, ਹਰ ਕੇ ਸੰਤ ਬਤਾਵਹੁ ਮਾਰਗ। ਜਿਹੜੇ ਗਏ ਨੇ ਉਹਨਾਂ ਤੋਂ ਜਲਦੀ ਇਹ ਪਤਾ ਲੱਗ ਸਕਦਾ ਹੈ, ਜਿਨ੍ਹਾਂ ਨੇ ਉਹ ਰਾਹ ਵੇਖਿਆ। ਪੜ੍ਹਨ ਦੀ ਗੱਲ ਨਹੀਂ ਹੈ। ਤੁਸੀਂ ਵੇਖਿਆ ਹੋਵੇਗਾ ਜਿਹੜੇ ਲੋਕ ਜਿਹੜੇ ਘਰ ਵਿੱਚ ਜਿਹੜੀ ਗਲੀ ਵਿੱਚ ਰਹਿੰਦੇ, ਭਾਵੇਂ ਉਹਨਾਂ ਨੂੰ ਨੰਬਰ ਨਾ ਵੀ ਆਉਂਦੇ ਹੋਣ ਘਰ ਦੇ, ਪੜ੍ਹੇ ਨਾ ਵੀ ਹੋਣ, ਪਰ ਉਹ ਆਪਣੇ ਘਰ ਨੂੰ ਜਾਣਦੇ ਨੇ, ਆਪਣੇ ਰਾਹ ਨੂੰ ਜਾਣਦੇ ਨੇ ਤੇ ਦੂਜਿਆਂ ਨੂੰ ਵੀ ਦੱਸ ਸਕਦੇ ਨੇ। ਉਹਨਾਂ ਕਾਗਜ਼ਾਂ ਵਿੱਚੋਂ ਨਹੀਂ ਪੜ੍ਹਿਆ, ਉਹ ਅਸਲੀਅਤ ਵਿੱਚ ਉਸ ਗਲੀ ਵਿੱਚ ਵਿਚਰਦੇ ਨੇ। ਤੇ ਤਾਂ ਕਰਕੇ ਰਵਿਦਾਸ ਜੀ ਨੇ ਕਿਹਾ, ਮੈਂ ਉਹਨਾਂ
ਕਹਿੰਦੇ ਗਲੀਆਂ ਦੇ ਵਿੱਚ ਲੰਘਿਆ ਹਾਂ, ਉੱਥੇ ਸੈਰ ਕੀਤੀ ਹੈ। ਤਿਉਂ ਤਿਉਂ ਸੈਲ ਕਰੈ ਜਿਉਂ ਭਾਵੈ। ਜਿਵੇਂ ਮੇਰਾ ਮਨ ਕਰਦਾ ਮੈਂ ਉਹਨਾਂ ਰਾਹਾਂ ਤੇ ਉਹਨਾਂ ਗਲੀਆਂ ਵਿੱਚ ਸੈਰ ਕਰਨਾ। ਰਵਿਦਾਸ ਜੀ ਕਹਿੰਦੇ ਮਹਿਰਮ ਮਹਿਲ, ਮਹਿਰਮ ਕਹਿੰਦੇ ਨੇ ਜਾਣੂ, ਵਾਕਬ ਹੋਣਾ ਕਿਸੇ ਸ਼ਹਿਰ ਦਾ, ਕਿਸੇ ਮੁਹੱਲੇ ਦਾ, ਕਿਸੇ ਗਲੀ ਦਾ। ਜਿੱਥੋਂ ਇੰਨੀ ਵਾਰੀ ਲੰਘੇ ਬੰਦਾ, ਫਿਰ ਉਹਦਾ ਨਕਸ਼ਾ ਥੋੜ੍ਹੀ ਫੜਨਾ ਪੈਂਦਾ। ਫਿਰ ਤੇ ਆਪਣੇ ਆਪ ਅੱਖਾਂ ਬੰਦ ਕਰਕੇ ਉਹਦੇ ਪੈਰ ਹੀ ਉੱਧਰ ਨੂੰ ਚਲੇ ਜਾਂਦੇ ਨੇ। ਇਸ ਕਰਕੇ ਸਤਿਗੁਰਾਂ ਨੇ ਦੋ ਗੱਲਾਂ ਕਹੀਆਂ। ਕਹਿਣ ਲੱਗੇ ਗੁਰੂ ਨੂੰ ਪੁੱਛ ਕੇ ਜਾ, ਨਹੀਂ ਤੇ ਨਾ ਜਾਈ, ਐਵੇਂ ਗਲਤ ਰਾਹ ਤੇ ਤੁਰਿਆ ਫਿਰੇਂਗਾ। ਨਾਨਕ ਪੂਛ ਚਲੋ ਗੁਰ ਆਪਣੇ। ਤੇ ਗੁਰੂ ਤੋਂ ਤੂੰ ਪੁੱਛ ਨਹੀਂ ਸਕਦਾ, ਕਿਉਂਕਿ ਗੁਰੂ ਦੀ ਭਾਸ਼ਾ ਥੋੜ੍ਹੀ ਜਿਹੀ ਵੱਡੀ ਹੈ। ਫਿਰ ਉਹਨਾਂ ਨੇ ਜਿਹੜੇ ਗੁਰੂ ਤੋਂ ਜਿਨ੍ਹਾਂ ਨੇ ਪੁੱਛ ਲਿਆ ਹੈ, ਉਹ ਦੂਜੇ ਨੰਬਰ ਤੇ ਆਉਂਦੇ ਨੇ। ਕਹਿਣ ਲੱਗੇ ਉਹਨਾਂ ਨਾਲ ਹਰ ਕੇ ਸੰਤ ਬਤਾਵਹੁ ਮਾਰਗ। ਫਿਰ ਕਹਿਣ ਲੱਗੇ ਕੱਲਾ ਮਾਰਗ ਪੁੱਛਿਆ ਤੇ ਦੱਸਿਆ ਪਤਾ ਨਹੀਂ ਲੱਗਦਾ, ਖਿਆਲ ਕਰਨਾ। ਇਹ ਪੰਕਤੀ ਥੋੜ੍ਹੀ ਜਿਹੀ ਆਪਾਂ 5 ਮਿੰਟ ਇਹਦੇ ਉੱਤੇ ਲਾ ਲਈ। ਹਰ ਕੇ ਸੰਤ ਬਤਾਵੋ ਮਾਰਗ। ਜਿਹੜੇ ਉਸ ਗਲੀ ਵਿੱਚ ਗਏ, ਕਹਿੰਦੇ ਉਹਨਾਂ ਨੂੰ ਮਾਰਗ ਪੁੱਛਿਆ ਵੀ ਦੱਸੋ, ਇਹਦੀ ਪਰਿਭਾਸ਼ਾ ਦਿਓ, ਡੈਫੀਨੇਸ਼ਨ ਬਣਾ ਕੇ ਦੱਸੋ ਕਿੱਧਰ ਨੂੰ ਜਾਏਗਾ ਰਾਹ। ਉਹਨਾਂ ਨੇ ਜਦੋਂ ਬੜਾ ਸੋਚਿਆ ਵਿਚਾਰਿਆ ਤੇ ਉਹਨਾਂ ਨੇ ਵੇਖਿਆ ਵੀ ਜੇ ਮੈਂ ਦੱਸਾਂਗਾ ਇਹਦੀ ਸਮਝ ਵਿੱਚ ਨਹੀਂ ਆਉਣਾ। ਜਿਹੜੇ ਸ਼ਬਦ ਮੇਰੇ ਨੇ ਉਹ ਇਹਨੇ ਸ਼ਬਦ ਸਮਝਣੇ ਨਹੀਂ। ਮੈਂ ਹੋਰ ਕਹਿਣਾ ਤੇ ਇਹਨਾਂ ਨੇ ਹੋਰ ਅਰਥ ਕੱਢ ਲੈਣੇ ਨੇ, ਔਰ ਇਸ ਤਰ੍ਹਾਂ ਹੁੰਦਾ ਹੀ ਰਿਹਾ। ਜਿਹੜੇ ਸ਼ਬਦ ਅਵਤਾਰ ਤੇ ਗੁਰੂਆਂ ਨੇ ਕਹੇ ਨੇ, ਸਾਡੇ ਤੱਕ ਆਉਂਦਿਆਂ ਆਉਂਦਿਆਂ ਅਸੀਂ ਉਹਦੀ ਵਿਆਖਿਆ ਹੋਰ ਕਰ ਲੈਂਦੇ ਹਾਂ। ਆਪੋ ਆਪਣੀ ਵਿਆਖਿਆ, ਆਪੋ ਆਪਣਾ ਧਰਮ। ਗੁਰੂ ਇੱਕ, ਵਿਆਖਿਆ ਅਨੇਕ। ਅਨੇਕ ਵਿਆਖਿਆ ਕਿਉਂ? ਕਿਉਂਕਿ ਸੁਣਨ ਵਾਲੇ ਆਪਣੇ ਦਿਮਾਗ ਤੇ ਮਨ ਨਾਲ ਸੁਣਦੇ ਨੇ। ਹੁਣ ਉਹ ਕਿਹੜਾ ਮਨ ਹੈ ਜਿਹਦੇ ਨਾਲ ਸੁਣੀਏ ਤੇ ਠੀਕ ਸੁਣਿਆ ਜਾਏ? ਉਹ ਮਨ ਗੁਰੂ ਕੋਲੋਂ ਮੰਗਣਾ ਪੈਂਦਾ। ਤਾਂ ਜਦੋਂ ਹਰ ਕੇ ਸੰਤ ਬਤਾਵੋ ਮਾਰਗ, ਉਹਨਾਂ ਨੂੰ ਰਾਹ ਪੁੱਛਿਆ ਤੇ ਉਹ ਚੁੱਪ ਕਰ ਗਏ। ਉਹ ਬੇਪਰਵਾਹ ਨਾ ਬੋਲਣੀ, ਨਹੀਂ ਬੋਲਦੇ ਉਹ। ਫਿਰ ਪੁੱਛਿਆ ਪਰਤ ਕੇ, ਬੋਲਦੇ ਕਿਉਂ ਨਹੀਂ, ਦੱਸੋ ਨਕਸ਼ਾ ਬਣਾ ਕੇ। ਫਿਰ ਚੁੱਪ ਕਰ ਗਏ। ਫਿਰ ਉਹਨਾਂ ਨੇ ਦੱਸਿਆ ਵੀ ਦੱਸਣ ਨਾਲ ਗਲਤੀ ਹੋ ਜਾਏਗੀ, ਮੈਂ ਤੁਹਾਨੂੰ ਦੱਸਦਾ ਨਹੀਂ। ਫਿਰ ਕਿਹੜਾ? ਕਹਿਣ ਲੱਗੇ ਹੁਣ ਦੱਸਿਆ ਨਹੀਂ ਗੱਲ ਬਣਨੀ ਸੱਜਣਾ, ਤੂੰ ਮੇਰੇ ਪਿੱਛੇ ਪਿੱਛੇ ਤੁਰ। ਕਈ ਵਾਰੀ ਤੁਸੀਂ ਵੇਖਿਆ ਹੋਵੇਗਾ ਕਿਸੇ ਦੇ ਘਰ ਆਪਾਂ ਨਵੇਂ ਥਾਂ ਤੇ ਜਾਈਏ ਨਾ, ਕਿਸੇ ਨੂੰ ਪੁੱਛ ਲਈਏ ਤੇ ਉਹ ਫਿਰ ਪਹਿਲਾਂ ਤੇ ਦੱਸਣ ਦੀ ਕੋਸ਼ਿਸ਼ ਕਰਦਾ ਹੈ, ਪਰ ਜੇ ਰਾਹ ਔਖਾ ਹੋਵੇ ਤੇ ਉਹ ਕਹਿੰਦਾ ਵੀ ਦੱਸਿਆ ਨਹੀਂ ਪਤਾ ਲੱਗਣਾ, ਚਲੋ ਮੈਂ ਛੱਡ ਕੇ ਆਉਣਾ, ਮੈਂ ਉੱਥੇ ਤੁਹਾਨੂੰ ਛੱਡ ਕੇ ਆਉਣਾ। ਹਰ ਕੇ ਸੰਤ ਬਤਾਵੋ ਮਾਰਗ। ਜਦੋਂ ਉਹਨਾਂ ਨੂੰ ਪੁੱਛਿਆ ਉਹ ਬੋਲੇ ਨਹੀਂ। ਉਹਨਾਂ ਨੇ ਇੱਕ ਗੱਲ ਕਹਿ ਦਿੱਤੀ, ਕਹਿੰਦੇ ਹਮ ਪੀਛੇ ਲਾਗ ਚਲੀ। ਪਿੱਛੇ ਤੁਰ ਪਿਆ ਉਹਨਾਂ ਦੇ। ਇਹਦੇ ਵਿੱਚ ਇਹ ਨਹੀਂ ਲਿਖਿਆ ਹੋਇਆ ਵੀ ਉਹਨਾਂ ਨੇ ਕਿਹਾ ਵੀ ਤੂੰ ਮੇਰੇ ਪਿੱਛੇ ਤੁਰ, ਖਿਆਲ ਰੱਖ। ਬਾਣੀ ਦਾ ਇੱਕ ਭੇਦ ਹੈ। ਇਹ ਜ਼ਰੂਰ ਗੱਲ ਕਹੀ ਇਸ ਪੰਕਤੀ ਵਿੱਚ ਬਈ ਮੈਂ ਉਹਨਾਂ ਦੇ ਪਿੱਛੇ ਪਿੱਛੇ ਤੁਰ ਪਿਆ, ਇਹ ਗੱਲ ਤਾਂ ਕਹੀ ਹੈ, ਪਰ ਵਿੱਚ ਇਹ ਨਹੀਂ ਸ਼ਬਦ ਆਏ ਵੀ ਉਹਨਾਂ ਨੇ ਕਿਹਾ ਵੀ ਤੂੰ ਮੇਰੇ ਪਿੱਛੇ ਤੁਰ, ਕਿਉਂਕਿ ਉਹਨਾਂ ਨੇ ਕਹਿਣੇ ਨਹੀਂ ਹੈ, ਉਹ ਨਹੀਂ ਕਹਿਣਗੇ ਕਦੀ। ਇਹ ਸਾਨੂੰ ਵੇਖਣਾ ਪਏਗਾ ਵੀ ਅਸੀਂ ਪਿੱਛੇ ਤੁਰਨਾ ਹੈ ਕਿ ਨਹੀਂ। ਉਹਨਾਂ ਨੂੰ ਲੋੜ ਕੀ ਹੈ? ਨਾਲੇ ਜਿਹੜੇ ਗਏ ਨੇ, ਜੇ ਉਹਨਾਂ ਨੇ ਕਿਹਾ ਵੀ ਤੂੰ ਸਾਡੇ ਪਿੱਛੇ ਤੁਰ, ਤੇ ਉਹਦੇ ਅਰਥ ਹੋਰ ਹੋ ਜਾਣਗੇ ਵੀ ਇਹ ਤੇ ਆਪਣੇ ਪਿੱਛੇ ਲਾ ਰਿਹਾ ਲੋਕਾਂ ਨੂੰ। ਉਹ ਬੇਪਰਵਾਹ ਲੋਕ ਨੇ, ਉਹ ਨਹੀਂ ਕਹਿੰਦੇ। ਇਹ ਤੇ ਸਾਨੂੰ ਉਹਨਾਂ ਦਾ ਜਿਹੜਾ ਕਹਿੰਦੇ ਵੀ ਆਪ ਉਹਨਾਂ ਦੇ ਪਿੱਛੇ ਸਾਨੂੰ ਤੁਰਨਾ ਪਏਗਾ। ਉਹ ਕਿਸੇ ਨੂੰ ਨਹੀਂ ਕਹਿਣਗੇ ਸਾਡੇ ਪਿੱਛੇ ਤੁਰ। ਇਸ ਕਰਕੇ ਜਿਹੜੀ ਪੰਕਤੀ ਹੈ ਬੜੀ ਸਪਸ਼ਟ ਦੱਸਦੀ ਏ, ਉਸ ਰਾਹ ਨੂੰ, ਉਸ ਤਰੀਕੇ ਨੂੰ ਬੜੇ ਢੰਗ ਨਾਲ ਦੱਸਦੀ ਏ ਕਿ ਉਹ ਗਲੀ ਕਿਵੇਂ ਦੀ ਏ। ਸਤਿਗੁਰਾਂ ਨੇ ਬਾਣੀ ਵਿੱਚ ਵੀ ਦੱਸਿਆ ਸਪਸ਼ਟ ਕਰਕੇ, ਪਰ ਗਲੀਆਂ ਦਾ ਪਤਾ ਹੋਣ ਦੇ ਬਾਵਜੂਦ ਬੜੀ ਔਖੀ ਘਾਟੀ ਹੈ। ਬਾਣੀ ਵਿੱਚ ਕਈ ਸ਼ਬਦ ਆਉਂਦੇ ਨੇ ਕਿ ਗਲੀਏ ਚਿੱਕੜ। ਜਿਸ ਰਾਹ ਤੇ ਜਾਣਾ ਉੱਥੇ ਮੀਂਹ ਪੈਂਦਾ ਪਿਆ, ਰਾਹ ਵਿੱਚ ਚਿੱਕੜ ਹੈ। ਬਾਬਾ ਫਰੀਦ ਜੀ ਨੇ ਬਚਨ ਕੀਤੇ, ਉਹ ਕਹਿੰਦੇ ਗਲੀਏ ਚਿੱਕੜ ਦੂਰ ਘਰ ਨਾਲ ਪਿਆਰੇ ਨੇ। ਪਿਆਰ ਵੀ ਬੜਾ ਹੈ, ਪਰ ਗਲੀ ਦੇ ਵਿੱਚ ਚਿੱਕੜ ਬੜਾ ਹੈ ਤੇ ਘਰ ਬੜੀ ਦੂਰ ਹੈ।
ਨਾਲ ਪਿਆਰੇ ਨੇ ਕਹਿੰਦੇ ਚੱਲਾਂ ਤਾਂ ਭਿੱਜੈ ਕੰਬਲੀ। ਜੇ ਉਸ ਰਾਹ ਤੇ ਤੁਰੀਏ ਤੇ ਰਾਹ ਵਿੱਚ ਮੀਂਹ ਪੈ ਰਿਹਾ ਹੈ। ਮੀਂਹ ਉਹਨਾਂ ਤੇ ਪੈਂਦਾ ਜਿਹੜੇ ਤੁਰਦੇ ਨੇ, ਜਿਹੜੇ ਆਪਣੇ ਕਮਰੇ ਵਿੱਚ ਹੀ ਸਾਰੀ ਉਮਰ ਆਰਾਮ ਕਰਨ, ਉਹਨਾਂ ਵਾਸਤੇ ਨਾ ਚਿੱਕੜ ਤੇ ਨਾ ਮੀਂਹ। ਕਈ ਵਾਰੀ ਅਸੀਂ ਸੋਚਦੇ ਹਾਂ ਬਈ ਇਸ ਰਾਹ ਤੇ ਤੁਰ ਰਹੇ ਹਾਂ ਤੇ ਰਾਹ ਵਿੱਚ ਰੁਕਾਵਟਾਂ ਆਉਂਦੀਆਂ ਨੇ। ਇੱਕ ਬੜਾ ਪ੍ਰਸ਼ਨ ਹੈ ਬਈ ਤੁਰਨੇ ਆ ਤੇ ਰਾਹ ਵਿੱਚ ਰੁਕਾਵਟਾਂ ਆਉਂਦੀਆਂ ਨੇ ਗੁਰੂ ਦੇ ਰਾਹ ਤੇ ਗੁਰੂ ਕੇ ਸਵਾਰਿਓ ਤੇ ਸੱਚ ਹੈ, ਰੁਕਾਵਟਾਂ ਆਉਂਦੀਆਂ ਹੀ ਉਹਨਾਂ ਨੂੰ ਜਿਹੜੇ ਤੁਰਦੇ ਨੇ। ਜਿਹੜੇ ਤੁਰ ਨਹੀਂ ਨਾ ਉਹਨਾਂ ਨੂੰ ਕਾਹਦੀ ਰੁਕਾਵਟ। ਤੁਸੀਂ ਕਦੀ ਵੇਖਿਆ ਇੱਕ ਮੁਰਦੇ ਨੂੰ ਬਾਹਰ ਰੱਖ ਦਿਓ, ਉਹਨੂੰ ਕਾਹਦੀ ਰੁਕਾਵਟ ਹੈ? ਜਿੰਦ ਜਾਣ ਤੋਂ ਰਹਿਤ ਹੈ। ਬਾਹਰ ਤੁਸੀਂ ਉਹਨੂੰ ਬਰਫ਼ ਵਿੱਚ ਰੱਖ ਦਿਓ ਤਾਂ ਵੀ ਕੋਈ ਨਹੀਂ, ਜੇ ਲੂ ਵਿੱਚ ਗਰਮੀ ਵਿੱਚ ਰੱਖ ਦਿਓ ਤਾਂ ਵੀ ਕੋਈ ਨਹੀਂ। ਜਿੱਥੇ ਰੱਖ ਦਿਓ ਪਿਆ ਨਾ ਉਹ ਸਫ਼ਰ ਕਰਦਾ, ਨਾ ਉਹਨੂੰ ਬੰਧਨ ਆਉਂਦਾ। ਸਗੋਂ ਬੰਧਨ ਜਿਹੜੇ ਨੇ ਉਹ ਸਾਨੂੰ ਦੱਸਦੇ ਨੇ, ਰੁਕਾਵਟਾਂ ਸਾਨੂੰ ਦੱਸਦੀਆਂ ਨੇ ਵੀ ਤੂੰ ਕਿਤੇ ਤੁਰ ਰਿਹਾ ਹੈ। ਰੁਕਾਵਟਾਂ ਆਉਂਦੀਆਂ ਹੀ ਉਹਨਾਂ ਨੂੰ ਜਿਹੜੇ ਤੁਰਦੇ ਨੇ। ਇਸ ਲਈ ਘੋੜਿਆਂ ਨੂੰ ਰਾਹ ਅਵੱਲੇ ਪੈਂਦੇ ਨੇ, ਦੂਜਿਆਂ ਨੂੰ ਨਹੀਂ। ਜਿਹੜੇ ਆਪਣੇ ਪਿੰਡ ਦੀ ਰੜੀ ਵਿੱਚ ਗਧੇ ਸਾਰੀ ਉਮਰ ਰਹੇ, ਉਹਨਾਂ ਨੂੰ ਕੀ ਰੁਕਾਵਟ ਆਉਣੀ ਹੈ? ਉਹ ਤੇ ਉੱਥੇ ਜਨਮੇ ਸਨ, ਉਸੇ ਰੜੀ ਵਿੱਚ ਲੇਟਦੇ ਰਹੇ, ਜਿੱਥੇ ਜਨਮੇ ਉੱਥੇ ਖਾ ਪੀ ਕੇ ਮਰ ਗਏ। ਉਹਨਾਂ ਨੂੰ ਕਾਹਦੀ ਰੁਕਾਵਟ? ਪਰ ਜਿਨ੍ਹਾਂ ਨੇ ਜ਼ਿੰਦਗੀ ਨੂੰ ਲੱਭਣ ਵਾਸਤੇ ਕੁਝ ਰਾਹ ਚੁਣੇ ਨੇ, ਉਹਨਾਂ ਦੀ ਜ਼ਿੰਦਗੀ ਵਿੱਚ ਕੁਝ ਰੁਕਾਵਟਾਂ ਵੀ ਆਉਂਦੀਆਂ ਨੇ। ਤਾਂ ਇਹ ਰਾਹ ਹੈ। ਬਾਬਾ ਫਰੀਦ ਜੀ ਕਹਿੰਦੇ ਚੱਲਾਂ ਤਾਂ ਭਿੱਜੈ ਕੰਬਲੀ, ਰਹਾਂ ਤਾਂ ਟੁੱਟੈ ਨੇ। ਫਿਰ ਅਗਲਾ ਸ਼ਲੋਕ ਕਿਆ ਕਹਿੰਦੇ, ਭਿੱਜੋ ਸਿੱਜੋ ਕੰਬਲੀ ਅੱਲਾਹ ਵਰਸੋ ਮੇਹੋ, ਜਾਏ ਮਿਲਾਂ ਤਿੰਨਾ ਸੱਜਣਾ ਟੁੱਟੈ ਨਾਹੀ ਨੇਹੋ। ਇਸ ਗਲੀ ਤੇ ਵਾਕਿਆ ਹੀ ਇਹ ਤਿਲਕਣਬਾਜ਼ੀ ਹੈ। ਕੱਪੜੇ ਸੰਭਾਲ ਕੇ ਤੁਰਨਾ ਪੈਂਦਾ ਹੈ। ਰਾਹ ਇਸ ਤਰ੍ਹਾਂ ਦਾ ਹੈ ਤੇ ਇਹ ਗਲੀਆਂ ਕੋਈ ਹੋਰ ਨਹੀਂ। ਸਾਧ ਸੰਗਤ, ਸਤਿਗੁਰੂ ਨੇ ਕਿਹਾ ਇਹ ਗਲੀਆਂ ਤੇਰੇ ਸਰੀਰ ਦੇ ਗਿਆਨ ਇੰਦਰੇ ਨੇ। ਅੱਖਾਂ ਵਿੱਚ ਚਿੱਕੜ ਹੈ, ਕੰਨਾਂ ਵਿੱਚ ਚਿੱਕੜ ਹੈ। ਇਹ ਗੱਲ ਅੱਗੋਂ ਫਿਰ ਆਪਣੇ ਵੱਲ ਆ ਜਾਂਦੀ ਅੰਦਰੂਨੀ। ਜਦੋਂ ਇਹਨੂੰ ਅੱਗੋਂ ਇਹ ਪਹਿਲਾਂ ਤੇ ਭਾਵੁਕ ਕੀਤਾ ਹੈ ਬਾਣੀ ਨੇ ਵੀ ਇੱਕ ਰਾਹ ਜਾ ਰਿਹਾ, ਇੱਕ ਗਲੀ ਹੈ, ਬੱਦਲ ਚੜ੍ਹਿਆ ਹੋਇਆ ਤੇ ਕਣੀਆਂ ਪੈਂਦੀਆਂ ਨੇ, ਚਿੱਕੜ ਹੈ, ਬੜਾ ਔਖਾ ਤੁਰਨਾ। ਪਰ ਹੈ ਕੀ? ਇਹ ਗਲੀਆਂ ਕਿਹੜੀਆਂ ਨੇ? ਇਹ ਗਲੀਆਂ ਬੰਦੇ ਦੇ 5 ਗਿਆਨ ਇੰਦਰੇ ਨੇ। ਉਹਨਾਂ ਦੇ ਵਿੱਚ ਚਿੱਕੜ ਭਰਿਆ ਪਿਆ ਵਿਕਾਰਾਂ ਦਾ। ਤਿਤ ਸਰਵਰੜੈ ਭਈ ਲੈ ਨਿਵਾਸਾ, ਪਾਣੀ ਪਾਵਕ ਤਿਨੈ ਕੀਆ, ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤੈ ਡੂਬੀ ਅਲੇ, ਮਨ ਏਕ ਨਾ ਚੇਤਸ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ। ਇਹ ਸਰੀਰ ਹੀ ਚਿੱਕੜ ਹੈ, ਇਹ ਗਲੀਆਂ ਨੇ। ਪਰ ਜਿਨ੍ਹਾਂ ਦੇ ਕੋਲ ਗੁਰੂ ਦਾ ਸੰਗ ਸਾਥ ਹੋ ਗਿਆ, ਉਹਨਾਂ ਬਾਰੇ ਬਾਣੀ ਵਿੱਚ ਬਚਨ ਕੀਤੇ। ਕਹਿੰਦੇ ਨਦੀ ਤਰੰਦੜੀ ਮੈਂਡਾ, ਖੋਜ ਨਾ ਖੁੰਬੈ। ਖੋਜ ਕਹਿੰਦੇ ਪੈਰ ਨੂੰ, ਖੁੰਬੈ ਦਾ ਅਰਥ ਖੁੱਬਦਾ। ਉਹਨਾਂ ਦੇ ਪੈਰ ਇਸ ਜੀਵਨ ਰੂਪੀ ਰਾਹ ਦੇ ਵਿੱਚ ਰੱਬ ਦੇ ਘਰ ਵੱਲ ਤੁਰਦਿਆਂ ਖੁੱਬਦੇ ਨਹੀਂ। ਕਿਹਨਾਂ ਦੇ ਪੈਰ ਨਹੀਂ ਖੁੱਬਦੇ? ਕਹਿੰਦੇ ਮੰਝ ਮੁਹੱਬਤ ਤੇਰੀ। ਮੁਹੱਬਤ ਕਹਿੰਦੇ ਨੇ ਡੂੰਘੇ ਪਿਆਰ ਨੂੰ। ਜਿਨ੍ਹਾਂ ਦੇ ਮਨ ਦੇ ਵਿੱਚ ਰੱਬ ਦੀ ਮੁਹੱਬਤ ਹੈ ਨਾ, ਉਹਦਾ ਇਸ਼ਕ ਹੈ, ਉਹ ਨਹੀਂ ਇੱਥੇ ਖੁੱਬਦੇ। ਖੁੱਬਦੇ ਕੌਣ ਨੇ? ਹੁਣ ਮੁਹੱਬਤ ਤੇ ਹੈ ਸੰਸਾਰ ਨਾਲ, ਇਸ਼ਕ ਤੇ ਹੈ ਦੁਨੀਆ ਦੇ ਨਾਲ। ਤੇ ਜਦੋਂ ਬੰਦਾ ਗੱਲ ਇੱਧਰ ਕਰਦਾ ਹੈ ਫਿਰ ਤੇ ਪੈਰ ਨੇ ਖੁੱਬਣਾ ਹੀ ਖੁੱਬਣਾ ਹੈ, ਕਿਉਂਕਿ ਦੁਬਿਧਾ ਵਿੱਚ ਹੈ ਜੀਵਨ। ਜਦੋਂ ਕੋਈ ਰੱਬ ਨਾਲ ਪਿਆਰ ਕਰਕੇ ਤੁਰਦਾ ਫਿਰ ਨਹੀਂ ਖੁੱਬਦਾ ਪੈਰ। ਗੁਰੂ ਅਰਜਨ ਦੇਵ ਜੀ ਨੇ ਤਾਂ ਹੀ ਕਿਹਾ, ਕਹਿਣ ਲੱਗੇ ਨਦੀ ਤਰੰਦੜੀ ਮੈਂਡਾ, ਖੋਜ ਨਾ ਖੁੰਬੈ, ਮੰਝ ਮੁਹੱਬਤ ਤੇਰੀ ਤੈ ਸਹਿ ਸੈਤੀ ਮੈਂਡਾ, ਹੀੜਾ ਸੀਤਮ। ਇਹ ਸਾਰੇ ਸ਼ਬਦ ਨੇ ਵਾਰਾਂ ਵਿੱਚ ਬੜੇ ਮਹਿੰਗੇ ਵਰਤੇ ਗਏ। ਤੈ ਸਹਿ ਸੇਤੀ, ਸਹਿ ਕਹਿੰਦੇ ਪਤੀ ਨੂੰ, ਮੈਂਡਾ ਮੇਰਾ, ਹੀੜਾ ਦਾ ਅਰਥ ਹੈ ਹਿਰਦਾ, ਸੀਤਮ ਸੀਤਾ ਗਿਆ ਹੈ। ਮੇਰਾ ਹਿਰਦਾ ਤੇਰੇ ਚਰਨਾਂ ਨਾਲ ਸੀਤਾ ਗਿਆ। ਹਰ ਨਾਨਕ ਤੁਲਹਾ ਬੇੜੀ,
ਔਰ ਤੇਰੇ ਚਰਨ ਹੀ ਮੇਰੇ ਵਾਸਤੇ ਬੇੜੀ ਬਣ ਗਏ ਨੇ, ਤੇਰਾ ਪਿਆਰ ਹੀ ਮੇਰੇ ਵਾਸਤੇ ਜਹਾਜ਼ ਬਣ ਗਿਆ। ਹੁਣ ਇੱਥੋਂ ਲੰਘਣਾ ਔਖਾ ਨਹੀਂ, ਤੇ ਜੇ ਅੰਦਰ ਨਹੀਂ ਮੁਹੱਬਤ ਫਿਰ ਇੱਥੋਂ ਤੁਰਨਾ ਵੀ ਸੌਖਾ ਨਹੀਂ ਹੈ। ਦੋਵੇਂ ਹੀ ਗੱਲਾਂ ਇਕੱਠੀਆਂ। ਤੇ ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਅੱਜ ਰੱਬ ਦੇ ਸੁੰਦਰ ਚਿਹਰੇ ਦੀ ਗੱਲ ਕੀਤੀ। ਕਹਿੰਦੇ ਕਿ ਹੁਸਨਲ ਵਜੂ ਹੈ। ਵਜੂ ਦੇ ਅਰਥ ਇੱਥੇ ਚਿਹਰਾ ਕੀਤਾ ਹੈ। ਜਿਹੜੇ ਉਹਦੇ ਪਿਆਰ ਵਿੱਚ ਗਏ ਉਹਨਾਂ ਨੇ ਉਹਦੇ ਚਿਹਰੇ ਦੀ ਵਿਆਖਿਆ ਵੀ ਕਰ ਲਈ, ਕਿਉਂਕਿ ਪਿਆਰ ਜਿਹੜਾ ਹੈ, ਪ੍ਰੇਮ ਇੱਕ ਐਸੀ ਚੀਜ਼ ਹੈ ਜਿਹੜੀ ਨਿਰਜਿੰਦ ਚੀਜ਼ਾਂ ਨੂੰ ਬੁਲਾ ਦਿੰਦੀ ਹੈ, ਜਿਨ੍ਹਾਂ ਦੇ ਵਿੱਚ ਕੋਈ ਜਿੰਦ ਜਾਨ ਨਾ ਹੋਵੇ। ਪਿਆਰ ਐਸੀ ਵਸਤੂ ਹੈ। ਪਿਆਰ ਇੰਨੀ ਵੱਡੀ ਚੀਜ਼ ਹੈ। ਤੁਸੀਂ ਵੇਖਿਆ ਹੋਵੇਗਾ ਕਿ ਸਭ ਤੋਂ ਖੁੰਖਾਰ ਕਹਿੰਦੇ ਜਾਨਵਰ ਹੈ ਸ਼ੇਰ, ਕਿਸੇ ਦੇ ਵੱਸ ਵਿੱਚ ਨਹੀਂ ਆਉਂਦਾ। ਪਰ ਤੁਸੀਂ ਵੇਖੋਗੇ ਘਰ ਵਿੱਚ ਪਾਲ ਕੇ ਜਿਨ੍ਹਾਂ ਨੇ ਉਸ ਸ਼ੇਰ ਨੂੰ ਪਿਆਰ ਕੀਤਾ ਨਾ, ਉਹਦੇ ਅੰਦਰ ਵੀ ਪ੍ਰੇਮ ਦੀ ਅੰਸ਼ ਹੈ। ਉਹ ਵੀ ਗੁਲਾਮ ਹੋ ਗਿਆ ਛੋਟੇ ਜਿਹੇ ਬੱਚਿਆਂ ਦਾ, ਉਹਨਾਂ ਨਾਲ ਖੇਡਦਾ ਫਿਰਦਾ ਹੈ। ਪ੍ਰੇਮ ਵਿੱਚ ਸਭ ਤੋਂ ਜ਼ਿਆਦਾ ਸ਼ਕਤੀ ਇਸ ਸੰਸਾਰ ਵਿੱਚ। ਪ੍ਰੇਮ ਸਭ ਤੋਂ ਇਹ ਸ਼ਕਤੀਸ਼ਾਲੀ ਦਸ਼ਾ ਹੈ ਬੰਦੇ ਦੇ ਮਨ ਦੀ, ਇਹਨਾਂ ਹੋਰ ਕੁਝ ਵੀ ਸ਼ਕਤੀਸ਼ਾਲੀ ਨਹੀਂ। ਜਿਹੜਾ ਰੱਬ ਕਦੀ ਕਿਸੇ ਦੀ ਪਰਵਾਹ ਨਹੀਂ ਕਰਦਾ। ਗੁਰੂ ਗ੍ਰੰਥ ਸਾਹਿਬ ਜੀ ਨੇ ਕਹਿ ਦਿੱਤਾ, ਪੁੱਠਾ ਲਟਕ ਲੈ, ਭਾਵੇਂ ਠੰਡ ਵਿੱਚ ਬਰਫ਼ ਵਿੱਚ ਲੰਮਾ ਪੈ ਜਾ, ਗਰਮੀਆਂ ਵਿੱਚ ਧੂਣੀਆਂ ਤੇ ਬਹਿ ਜਾ, ਸਾਰੀ ਉਮਰ ਤੀਰਥ ਤੇ ਬੈਠਾ ਰਹੋ, ਜੋ ਮਰਜ਼ੀ ਕਰੀ ਚੱਲ, ਉਸ ਰੱਬ ਨੇ ਕਦੀ ਤੇਰੇ ਵੱਸ ਨਹੀਂ ਆਉਣਾ। ਪਰ ਨਾਲ ਹੀ ਇੱਕ ਗੱਲ ਕਹਿ ਦਿੱਤੀ, ਕਹਿੰਦਾ ਜਿਨ੍ਹਾਂ ਨੇ ਉਹਨੂੰ ਪ੍ਰੇਮ ਕੀਤਾ ਹੈ ਨਾ, ਉਹਨਾਂ ਦੇ ਪਿੱਛੇ ਤੁਰ ਪਿਆ ਗੁਲਾਮ ਬਣ ਕੇ। ਉਹਨਾਂ ਨੂੰ ਆਪ ਪੁੱਛਣ ਲੱਗ ਪਿਆ। ਜਿਹੜੇ ਪ੍ਰੇਮ ਤੋਂ ਖਾਲੀ ਸਨ ਉਹ ਸਾਰੀ ਉਮਰ ਉਹਨੂੰ ਜਪਦੇ ਰਹੇ, ਉਹਨੇ ਇੱਕ ਨਹੀਂ ਸੁਣੀ। ਤੇ ਜਿਨ੍ਹਾਂ ਨੇ ਪ੍ਰੇਮ ਨਾਲ ਜਪਿਆ, ਫਿਰ ਉਹ ਜਪਦੇ ਜਪਦੇ ਆਪ ਚੁੱਪ ਹੋ ਗਏ ਤੇ ਰੱਬ ਪਿੱਛੇ ਫਿਰਨ ਲੱਗ ਪਿਆ। ਕਬੀਰ ਵਰਗਿਆਂ ਦੇ ਪਾਛੈ ਲਾਗੋ ਹਰ ਫਿਰੈ, ਕਹਿਤ ਕਬੀਰ ਕਬੀਰ। ਇਸ ਕਰਕੇ ਸਭ ਤੋਂ ਪਹਿਲਾਂ ਭਾਵੇਂ ਸਤਿਗੁਰਾਂ ਨੇ ਆਰੰਭ ਵਿੱਚ ਕਹਿ ਦਿੱਤਾ ਵੀ ਤੇਰਾ ਕੋਈ ਚੱਕਰ ਚਿਹਨ ਨਹੀਂ, ਤੂੰ ਅਰੂਪ ਹੈ, ਤੇਰਾ ਸਰੀਰ ਕੋਈ ਨਹੀਂ। ਪਰ ਫਿਰ ਅੱਗੇ ਸਾਰੀ ਵਿਆਖਿਆ ਕਰ ਦਿੱਤੀ ਵੀ ਜਿਨ੍ਹਾਂ ਨੇ ਤੈਨੂੰ ਪਿਆਰ ਕੀਤਾ ਹੈ, ਉਹ ਪ੍ਰੇਮ ਦਾ ਸਰੂਪ ਹੀ ਤੇ ਰੱਬ ਦਾ ਚਿਹਰਾ ਉਹਨਾਂ ਦੇ ਸਾਹਮਣੇ ਆ ਗਿਆ, ਜਿਹੜਾ ਉਹਨਾਂ ਦਾ ਆਪਣਾ ਪਿਆਰ ਸੀ। ਇਸ ਕਰਕੇ ਕਹਿੰਦੇ ਕਿ ਹੁਸਨਲ ਵਜੂ ਹੈ, ਤਾਮਾਮੁਲ ਰੁਜੂ ਹੈ। ਬੜਾ ਸੋਹਣਾ ਬਚਨ। ਰਜੂ ਦਾ ਅਰਥ ਹੈ ਤਵੱਜੋ ਦੇਣੀ। ਜਿਵੇਂ ਆਪਾਂ ਕਹਿੰਦੇ ਨਾ ਇੱਧਰ ਧਿਆਨ ਕਰਨਾ, ਇਹ ਫਾਰਸੀ ਵਿੱਚ ਕਿਹਾ ਜਾਂਦਾ ਤਵੱਜੋ ਦਿਓ। ਔਰ ਇਹਨੂੰ ਇੱਕ ਜਿਵੇਂ ਪਰਾਇਵਾਚੀ ਸ਼ਬਦ ਹੁੰਦੇ ਨੇ, ਇੱਕ ਸ਼ਬਦ ਦੇ ਕਈ ਰੂਪ, ਉਹਨੂੰ ਰਜੂ ਵੀ ਕਹਿੰਦੇ ਨੇ। ਤਮਾਮੁਲ, ਤਮਾਮ ਮੁੱਲ ਦੇ ਅਰਥ ਨੇ ਤਮਾਮ ਸਾਰੇ। ਕਹਿੰਦੇ ਸਾਰਿਆਂ ਦਾ ਉਹ ਧਿਆਨ ਰੱਖ ਰਿਹਾ। ਇਹ ਬੜੀ ਸੋਹਣੀ ਇੱਕ ਪ੍ਰਕਿਰਿਆ। ਕਦੀ ਖਿਆਲ ਕਰੋ, ਜੇ ਅਸੀਂ ਸੋਚੀਏ ਬਈ ਮੈਂ ਇੱਥੇ ਬੈਠਾ ਤੇ ਮੇਰਾ ਉਹ ਧਿਆਨ ਰੱਖ ਰਿਹਾ, ਕਿੰਨੀ ਨੇੜਤਾ ਵੱਧ ਗਈ। ਕਦੀ ਸੋਚੇ ਹੀ ਨਹੀਂ ਵੀ ਸਾਡਾ ਵੀ ਕੋਈ ਧਿਆਨ ਰੱਖਦਾ ਹੋਵੇਗਾ। ਬੰਦਾ ਸਾਰੀ ਉਮਰ ਉਹਨੂੰ ਤੇ ਕੋਈ ਚਾਰ ਸ਼ਬਦ ਕਹਿੰਦਾ ਹੈ ਵੀ ਮੈਂ ਤੇਰੇ ਅੱਗੇ ਅਰਦਾਸ ਕਰ ਰਿਹਾ, ਪਰ ਇਹ ਕਦੀ ਨਹੀਂ ਬਣਦੀ ਅੰਦਰ ਅਵਸਥਾ ਵੀ ਜਿਹਦੇ ਅੱਗੇ ਅਰਦਾਸ ਕਰ ਰਿਹਾ ਉਹ ਵੀ ਮੈਨੂੰ ਧਿਆਨ ਮੇਰਾ ਰੱਖ ਰਿਹਾ ਵੀ ਤੁਰਨ ਲੱਗਾ ਹੈ ਉੱਠ ਕੇ, ਇਹਨੂੰ ਭੁੱਖ ਲੱਗੀ ਹੋਈ ਹੈ, ਇਹਨੂੰ ਸਰੀਰ ਨੂੰ ਇਹ ਰੋਗ ਲੱਗਣ ਵਾਲਾ ਹੈ, ਇਹਦਾ ਇਲਾਜ ਕਰਦੇ ਹਾਂ। ਬੜਾ ਧਿਆਨ ਰੱਖਦਾ ਨੇੜਿਓਂ। ਦੋ ਤਰ੍ਹਾਂ ਨਾਲ ਧਿਆਨ ਰੱਖਦਾ। ਇੱਕ ਤੇ ਜਿਹਨੂੰ ਉਹਨੇ ਜਨਮ ਦਿੱਤਾ ਹੈ ਨਾ, ਭਾਵੇਂ ਉਹ ਉਹਨੂੰ ਭੁੱਲ ਜਾਏ ਫਿਰ ਵੀ ਉਹਨੂੰ ਪਾਲਦਾ ਹੈ। ਦੋ ਤਰ੍ਹਾਂ ਨਾਲ ਰੱਖਦਾ। ਗੁਰਬਾਣੀ ਵਿੱਚ ਇੱਕ ਵਚਨ ਆਇਆ ਹੈ ਬਈ ਸਭ ਜੀ ਤੇਰੇ ਦਇਆਲਾ, ਸਾਰੇ ਜੀ ਤੇਰੇ ਨੇ ਤੇ ਤੂੰ ਸਾਰਿਆਂ ਦੀ ਪਾਲਣਾ ਕਰਨਾ, ਸ਼ੱਕ ਕੋਈ ਨਹੀਂ। ਪਰ ਅੱਗੇ ਇੱਕ ਵਚਨ ਕਹਿ ਦਿੱਤਾ, ਕਹਿੰਦੇ ਆਪਣੇ ਭਗਤ ਕਰੈ ਪ੍ਰਤਪਾਲਾ। ਦੋ ਹਿੱਸੇ ਕਰ ਦਿੱਤੇ ਦੇ, ਜੀ ਸਾਰੇ ਹੀ ਨੇ, ਪਰ ਪ੍ਰਤਪਾਲਾ ਦਾ ਅਰਥ ਹੈ ਚੰਗੀ ਤਰ੍ਹਾਂ ਪਾਲਣਾ ਕਰਨਾ। ਇੱਕ ਹੋਰ ਗੱਲ ਹੈ। ਪ੍ਰਤ ਦਾ ਅਰਥ ਹੈ ਪ੍ਰਤੀ, ਇੱਕ ਥਾਂ ਤੇ ਕੇਂਦਰਿਤ ਹੋ ਕੇ, ਪ੍ਰਤੀਸ਼ਤ,
ਇੱਕੋ ਥਾਂ ਤੇ ਕੇਂਦਰਿਤ ਹੋ ਕੇ। ਪ੍ਰਤਪਾਲਾ, ਸਾਰਿਆਂ ਦੀ ਧਿਆਨ ਤੇ ਜਿਹਨੂੰ ਪੈਦਾ ਕੀਤਾ ਹੈ, ਬੰਦੇ ਨੂੰ ਬਣਾਇਆ ਤੇ ਇਸ ਵਾਸਤੇ ਸੀ ਵੀ ਇਹ ਸਰੀਰ ਬਣਾ ਕੇ ਇਹਦੇ ਵਿੱਚ ਮੈਂ ਰਵਾਂਗਾ। ਸੱਚ ਇਹ ਹੈ, ਗੁਰਬਾਣੀ ਨੂੰ ਪੜ੍ਹੀਏ ਤੇ ਸਾਡੇ ਜਨਮ ਦਾ ਇੱਕ ਪ੍ਰਯੋਜਨ ਸਾਨੂੰ ਲੱਭ ਜਾਂਦਾ ਵੀ ਆਪਾਂ ਕਿਉਂ ਜਨਮੇ ਆ ਇੱਥੇ, ਕਾਹਦੇ ਵਾਸਤੇ ਜਨਮੇ, ਕਿਉਂ ਇਹ ਸਭ ਕੁਝ ਅਡੰਬਰ ਕਰਨਾ ਪਿਆ ਬਈ ਸਰੀਰ ਬਣਿਆ। ਇਹਦਾ ਪ੍ਰਯੋਜਨ ਵੀ ਤਾਂ ਕੋਈ ਹੋਏਗਾ ਨਾ, ਪ੍ਰਯੋਜਨ ਕੋਈ ਇਹ ਤੇ ਨਹੀਂ ਸੀ। ਔਰ ਇੱਕ ਗੱਲ ਬੜੀ ਵੱਡੀ, ਕੁਝ ਲੋਕ ਕਹਿੰਦੇ ਨੇ ਬਈ ਰੱਬ ਅੱਕਦਾ ਨਹੀਂ ਮਨੁੱਖਾਂ ਨੂੰ ਬਣਾ ਕੇ, ਪਿਛਲੇ ਕਿੰਨੇ ਹੋ ਗਏ ਕੋਈ ਹੋਰ ਬਣਾਈ ਤੁਰਿਆ ਜਾਂਦਾ ਹੈ। ਦਿਮਾਗ ਤੋਂ ਬਾਹਰ ਦੀ ਗੱਲ ਹੈ। ਇੰਜ ਲੱਗਦਾ ਹੈ ਵੀ ਜਿਵੇਂ ਪਿਛਲੇ ਬਣਾਏ ਜੇ ਕੰਮ ਨਹੀਂ ਦਿੰਦੇ ਉਹਨੂੰ, ਕਿਉਂਕਿ ਉਹਨੇ ਬਣਾਇਆ ਸੀ ਵੀ ਬੰਦੇ ਦਾ ਸਰੀਰ ਬਣਾ ਕੇ ਇਹ ਹਰਮੰਦਰ, ਇਹ ਸਰੀਰ ਬਣਾਇਆ ਸੀ ਵੀ ਇਹਦੇ ਵਿੱਚ ਨਿਵਾਸ ਰਵਾਂਗਾ ਵਿੱਚ। ਪਰ ਜਿਉਂ ਹੀ ਬੰਦਾ ਥੋੜ੍ਹੀ ਜਿਹੀ ਆਦਮੀ ਦੀ ਉਮਰ ਵਧੀ, ਰੱਬ ਨੇ ਉੱਥੇ ਕਿੱਥੇ ਰਹਿਣਾ ਸੀ। ਅੰਦਰ ਇਹਨੇ ਜਾਂ ਤੇ ਆਪਣੇ ਨਸ਼ੇ ਵਾੜ ਲਏ, ਤੇ ਜਿਹੜੇ ਨਸ਼ੇ ਛੱਡ ਕੇ ਉਹਨਾਂ ਨੇ ਨਿੰਦਿਆ, ਈਰਖਾ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀ ਭਰਪੂਰਤਾ ਹੋ ਗਈ। ਜਦੋਂ ਅੰਦਰ ਗਿਆ ਭਰਿਆ, ਰੱਬ ਨਿਰਾਸ਼ ਹੋ ਗਿਆ ਵੀ ਕਿੱਥੇ ਰਹੀਏ। ਮਕਾਨ ਬਣਾਇਆ ਸੀ ਮੈਂ, ਰਹਿਣ ਲੱਗ ਪਏ ਹੋਰ, ਬੜੀ ਭੀੜ ਹੈ ਅੰਦਰ ਬੰਦੇ ਦੇ ਵਿੱਚ, ਰਹਿਣ ਵਾਲਾ ਥਾਂ ਹੀ ਨਹੀਂ ਇਹਨੇ ਛੱਡਿਆ। ਕੋਈ ਕੋਣਾ ਖਾਲੀ ਨਹੀਂ ਜਿੱਥੇ ਮੈਂ ਵੀ ਆਪਣਾ ਮੰਜਾ ਡਾਹ ਲਵਾਂ। ਬਸ ਕਿਤੇ ਈਰਖਾ ਨੇ ਆਪਣਾ ਪੂਰਾ ਝੰਡਾ ਗੱਡਿਆ ਹੋਇਆ, ਕਿਤੇ ਕੋਈ ਗੁੱਟ ਨਿੰਦਿਆ ਨੇ ਆਪਣਾ ਬੈੱਡ ਡਾਹਿਆ ਹੋਇਆ, ਕਿਸੇ ਥਾਂ ਤੇ ਹੰਕਾਰ ਨੇ ਆਪਣਾ ਸਿੰਘਾਸਨ ਵਿਛਾਇਆ, ਤੇ ਰੱਬ ਨੇ ਆਪਣੀ ਜਿਹੜੀ ਪੋਟਲੀ ਸੀ ਕੱਪੜਿਆਂ ਦੀ ਚੁੱਕੀ ਵੀ ਇੱਥੇ ਕੋਈ ਨਹੀਂ ਰਹਿਣ ਦਿੰਦਾ। ਫਿਰ ਉਹ ਹੋਰ ਬੰਦੇ ਬਣਾਉਂਦਾ, ਹੋਰਾਂ ਨੂੰ ਜਨਮ ਦਿੰਦਾ ਵੀ ਚੱਲ ਇਹ ਰਹਿਣ ਦੇਣਗੇ। ਜਦੋਂ ਕੋਈ ਨਹੀਂ ਰਹਿਣ ਦਿੰਦਾ ਤੇ ਫਿਰ ਉਹ ਥੋੜ੍ਹੇ ਜਿਹੇ ਭਗਤ ਬਣਾਉਂਦਾ, ਆਪ ਬ੍ਰਹਮ ਗਿਆਨੀ ਜਿਸ ਕਰੇ ਪ੍ਰਭ ਆਪ। ਫਿਰ ਉਹ ਬ੍ਰਹਮ ਗਿਆਨੀ ਆਪ ਬਣਾਉਂਦਾ ਥੋੜ੍ਹੇ ਜਿਹਾ ਵੀ ਕੋਈ 10-15 ਬੰਦੇ ਤੇ ਹੋਣ ਜਿਨ੍ਹਾਂ ਦੇ ਸਰੀਰ ਵਿੱਚ ਮੈਂ ਵੀ ਰਹਿ ਸਕਾਂ, ਆ ਬਾਕੀਆਂ ਨੇ ਤੇ ਕੋਈ ਨਹੀਂ ਰਹਿਣ ਦੇਣਾ, ਕੱਢ ਦਿੱਤਾ ਘਰੋਂ ਬਾਹਰ। ਤੇ ਇਹ ਇੱਕ ਨਿਯਮ ਹੈ, ਜਿਹਨੇ ਸਾਡਾ ਸਰੀਰ ਬਣਾਇਆ, ਅਸੀਂ ਉਹਨੂੰ ਆਪਣੇ ਜੀਵਨ ਵਿੱਚੋਂ ਕੱਢ ਦਿੱਤਾ ਤੇ ਕੁਦਰਤ ਫਿਰ ਸਾਨੂੰ ਆਪਣੇ ਘਰੋਂ ਕੱਢ ਦਿੰਦੀ ਹੈ। ਬੰਦਾ ਵੀ ਫਿਰ ਬੇਕਾਰੀ ਹੈ, ਜਿਹਨੇ ਸਾਨੂੰ ਬਣਾਇਆ ਸੀ ਆਪਣੇ ਰਹਿਣ ਵਾਸਤੇ। ਕਿਉਂਕਿ ਬਾਣੀ ਇਹ ਪੁਕਾਰ ਕੇ ਕਹਿ ਰਹੀ, ਜਿਹਦੇ ਵਿੱਚ ਸਾਹਿਬ ਕਹਿੰਦੇ ਇਹ ਜਗ ਸੱਚੇ ਕੀ ਹੈ ਕੋਠੜੀ। ਕੋਠੜੀ ਬਣਾਈ ਉਹਨੇ ਰਹਿਣ ਵਾਸਤੇ, ਕੋਠੀ ਪਾ ਦਿੱਤੀ, ਸੱਚੇ ਕਾ ਵਿੱਚ ਵਾਸ। ਪਰ ਸਾਰਿਆਂ ਨੇ ਉਹਦਾ ਵਾਸ ਵਿੱਚ ਨਹੀਂ ਆਉਣ ਦਿੱਤਾ, ਇਸ ਕਰਕੇ ਉਹ ਨਿਰਾਸ਼ ਹੈ ਮਨੁੱਖ ਤੋਂ। ਬੰਦੇ ਨੇ ਰੱਬ ਨੂੰ ਆਪਣੇ ਜੀਵਨ ਵਿੱਚੋਂ ਕੱਢਿਆ ਤੇ ਕੁਦਰਤ ਨੇ ਬੰਦੇ ਨੂੰ ਆਪਣੇ ਵਿੱਚੋਂ ਕੱਢ ਦਿੱਤਾ, ਇਸ ਲਈ ਭਟਕਦਾ ਫਿਰਦਾ। ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ। ਇਹ ਵੀ ਭਟਕ ਗਿਆ, ਕਿਉਂਕਿ ਉਹ ਜਿਹੜਾ ਨੇੜੇ ਸੀ ਉਹਨੂੰ ਜਵਾਬ ਦੇ ਦਿੱਤਾ। ਇਹ ਇੱਕ ਸਤਿਗੁਰਾਂ ਨੇ ਬੜੀ ਸੋਹਣੀ ਇਹਦੇ ਵਿੱਚ ਵਾਰਤਾ ਕਹੀ ਕਿ ਤਾਮਾਮੁਲ ਰਜੂ ਹੈ, ਤੂੰ ਮੇਰਾ ਧਿਆਨ ਰੱਖ ਰਿਹਾ, ਸੰਬੰਧ ਬਣਨਾ ਸ਼ੁਰੂ ਹੋ ਜਾਏਗਾ, ਜੋੜ ਬਣਨਾ ਸ਼ੁਰੂ ਹੋ ਜਾਏਗਾ। ਜੋੜ ਨਹੀਂ ਬਣਦਾ। ਕਿੰਨੇ ਆਉਂਦੇ ਆਪਾਂ ਗੁਰਦੁਆਰੇ ਵਿੱਚ, ਚਲੋ ਵੈਸੇ ਤਾਂ ਆਉਂਦੇ ਹੀ ਬੜੇ ਘੱਟ ਲੋਕ, ਹੋਰ ਥਾਵਾਂ ਤਾਂ ਬਹੁਤ ਭਰਪੂਰ ਹੁੰਦੀਆਂ, ਔਰ ਗੁਰਦੁਆਰੇ ਦੇ ਵਿੱਚ ਵੀ ਹੋਰ ਥਾਵਾਂ ਭਰਪੂਰ ਹੁੰਦੀਆਂ, ਇੱਕ ਗੁਰੂ ਨੂੰ ਛੱਡ ਕੇ। ਇੱਕ ਤੇ ਗੁਰਦੁਆਰਾ ਨਾ, ਤੁਸੀਂ ਕਿਤੇ ਜਾਓ ਗੁਰੂ ਕੋਲ ਲੋਕ ਘੱਟ ਹੋਣਗੇ, ਲੰਗਰਾਂ ਵਿੱਚ ਲੋਕ ਜ਼ਿਆਦਾ ਹੋਣਗੇ, ਬਾਹਰ ਦੁਕਾਨਾਂ ਲੱਗੀਆਂ ਹੋਣਗੀਆਂ ਉੱਥੇ, ਉਹ ਕੰਮ ਬੜੇ ਸੌਖੇ ਨੇ। ਤਾਂ ਇਹ ਇੱਕ ਸੰਬੰਧ ਬਣਾਉਣਾ ਤੇ ਤਾਂ ਕੋਈ ਗੱਲ ਇੱਥੇ ਆਉਣ ਦੀ ਸਫਲ ਹੈ। ਜੇ ਸੰਬੰਧਿਤ ਹੀ ਨਹੀਂ ਹੋਏ ਆਪਣੇ ਗੁਰੂ ਨਾਲ, ਬਸ ਇੱਕ ਫਰਜ਼ ਪੂਰਤੀ ਜੀ ਕਰ ਲਈ। ਧਾਰਮਿਕ ਬੰਦਾ ਉਹ ਹੈ ਜਿਹਨੇ ਜੋੜ ਪਾਇਆ ਗੁਰੂ ਨਾਲ, ਸਾਂਝ ਬਣਾ ਲਈ, ਸੰਬੰਧਿਤ ਹੋ ਗਿਆ। ਜੇ ਸੰਬੰਧ ਨਹੀਂ ਜੁੜਿਆ ਤੇ ਇਹ ਇੱਕ ਬੜਾ ਵਧੀਆ ਫਿਕਰ ਹੈ ਸੰਬੰਧ ਜੋੜਨ ਲਈ, ਕਿ ਤੂੰ ਸਾਰਿਆਂ ਦਾ ਧਿਆਨ ਦੇ ਰਿਹਾ ਹੈ ਤੇ ਮੇਰੇ ਉੱਤੇ ਵੀ ਤੇਰਾ ਫਿਰ ਧਿਆਨ ਲੱਗਾ ਹੋਇਆ। ਇਸ ਚੀਜ਼ ਨੂੰ ਜੇ ਗੁਰਸਿੱਖ 24 ਘੰਟੇ ਕਰਕੇ ਵੇਖ ਲੈ ਕਿ ਮੈਨੂੰ ਰੱਬ ਬੜੇ ਧਿਆਨ ਨਾਲ ਵੇਖ ਰਿਹਾ ਹੈ,
ਉਹਦੀ ਜ਼ਿੰਦਗੀ ਵਿੱਚ ਤਬਦੀਲੀ ਆਉਣੀ ਸ਼ੁਰੂ ਹੋ ਜਾਏਗੀ, ਸੰਬੰਧ ਬਣਨਾ ਸ਼ੁਰੂ ਹੋ ਜਾਏਗਾ। ਸਤਿਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਤਾਮਾਮੁਲ ਰਜੂ ਹੈ, ਅੱਗੇ ਬਚਨ ਕੀਤਾ ਕਹਿੰਦੇ ਹਮੇਸ਼ੁਲ ਸਲਾਮੈ, ਹਮੇਸ਼ਾ ਲਗਾਤਾਰ ਸੰਸਾਰ ਦੀ ਹਰ ਇੱਕ ਚੀਜ਼ ਜਿਹੜੀ ਹੈ ਜ਼ਰੂਰ, ਕੋਈ ਸ਼ੱਕ ਨਹੀਂ। ਸੰਸਾਰ ਹੈ ਤਾਂ ਸਹੀ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਅੱਜ ਸਾਹਮਣੇ ਵੇਖਦੇ ਹੋ ਸਾਰਾ ਸੰਸਾਰ ਹੈ, ਪਰ ਇਹਦੇ ਹੋਣ ਵਿੱਚ ਇੱਕ ਬੜਾ ਵੱਡਾ ਨੁਕਸ ਹੈ, ਬੜਾ ਵੱਡਾ ਸੰਸਾਰ। ਉਹ ਕਿਹੜਾ ਹੈ ਕਿ ਇਹ ਹੁਣ ਹੈ, ਇਹਦਾ ਘੰਟੇ ਤੱਕ ਨਹੀਂ ਪਤਾ, ਘੰਟਾ ਤੇ ਬੜੀ ਦੂਰ ਹੈ। ਬਸ ਇਹਦੇ ਵਿੱਚ, ਇਹਦੀ ਹੋਂਦ ਵਿੱਚ ਇੱਕੋ ਹੀ ਨੁਕਸ ਹੈ। ਹੋਂਦ ਜ਼ਰੂਰ ਇਹਦੀ, ਇਹ ਨਹੀਂ ਆਪਾਂ ਕਹਿ ਸਕਦੇ ਵੀ ਸੰਸਾਰ ਹੈ ਕੁਝ ਨਹੀਂ, ਹੈ ਵੇ ਸੰਸਾਰ, ਇਹਦੇ ਵਿੱਚ ਜੋ ਰਹਿ ਰਹੇ ਹਾਂ। ਸਰੀਰ ਧਾਰੀ ਵੀ ਹੈ, ਮਾਇਆ ਵੀ ਹੈ, ਸੰਸਾਰ ਵੀ ਹੈ, ਪਦਾਰਥ ਵੀ ਹੈ, ਪਰ ਇਹਦੀ ਹੋਂਦ ਵਿੱਚ ਇੱਕ ਬੜਾ ਵੱਡਾ ਨੁਕਸ ਹੈ। ਉਹ ਨੁਕਸ ਕਿਹੜਾ ਹੈ ਵੀ ਅੱਜ ਹੈ, ਕੱਲ੍ਹ ਦਾ ਪਤਾ ਨਹੀਂ ਵੀ ਕੱਲ੍ਹ ਨੂੰ ਹੋਏਗਾ ਕਿ ਨਹੀਂ। ਗਰੀਬ ਵੀ ਇਸ ਸੰਸੇ ਵਿੱਚ ਹੈ, ਅਮੀਰ ਵੀ ਇਸ ਸੰਸੇ ਵਿੱਚ ਹੈ ਵੀ ਅੱਜ ਜੋ ਕੁਝ ਹੈ ਇਹਦਾ ਕੀ ਪਤਾ ਕੱਲ੍ਹ ਹੋਣਾ ਕਿ ਨਹੀਂ ਹੋਣਾ। ਇਹ ਬੜਾ ਵੱਡਾ ਦੁੱਖ ਹੈ। ਤੇ ਸਭ ਤੋਂ ਵੱਡਾ ਦੁੱਖ ਹੀ ਇਹ ਹੈ, ਅੱਜ ਜੋ ਹੈ ਕੱਲ੍ਹ ਦਾ ਪਤਾ ਨਹੀਂ। ਬਸ ਫਿਰ ਉਹ ਕਿਹੜੀ ਚੀਜ਼ ਜਿਹੜੀ ਪਰਮਾਨੈਂਟਲੀ ਹੈ, ਤਾਂ ਹੀ ਧਰਮ ਇਸ ਧਰਤੀ ਤੋਂ ਖਤਮ ਨਹੀਂ ਹੋਇਆ। ਖਿਆਲ ਰੱਖਿਓ, ਜੇ ਇਹ ਚੀਜ਼ ਨਾ ਹੁੰਦੀ, ਜੇ ਇਹ ਸੱਚ ਨਾ ਹੁੰਦਾ ਵੀ ਸਿਰਫ ਨਾਮ ਰਹਿਓ, ਸਾਧੂ ਰਹਿਓ, ਸਿਰਫ ਇਹੀ ਕਾਇਮ ਹੈ, ਬਾਕੀ ਸਾਰਾ ਕੁਝ ਪਤਾ ਨਹੀਂ ਰਹਿਣਾ ਕਿ ਨਹੀਂ ਰਹਿਣਾ। ਜੇ ਇਹ ਗੱਲ ਨਾ ਹੁੰਦੀ ਤੇ ਮੇਰੇ ਖਿਆਲ ਵਿੱਚ ਇਸ ਧਰਤੀ ਤੇ ਕੋਈ ਗੁਰਦੁਆਰਾ, ਮੰਦਿਰ, ਮਸਜਿਦ ਹੋਣੀ ਹੀ ਨਹੀਂ ਸੀ, ਧਰਮ ਹੋਣਾ ਹੀ ਨਹੀਂ ਸੀ। ਬੰਦੇ ਨੇ ਚੁੱਕ ਦੇਣਾ ਸੀ ਸਾਰਾ ਕੁਝ। ਇਹ ਤਾਂ ਰਹਿ ਗਿਆ ਵੀ ਕੁਝ ਕੁ ਵਿੱਚੋਂ ਆਪਾਂ ਡਰ ਗਏ ਵੀ ਪਤਾ ਨਹੀਂ ਕੱਲ੍ਹ ਰਹਿਣਾ ਕਿ ਨਹੀਂ, ਇੱਧਰ ਲੱਗੀ ਆ ਆਪਾਂ, ਜਿਹੜਾ ਕੱਲ੍ਹ ਰਹੇਗਾ, ਡਰ ਪੈ ਗਿਆ ਤਾਂ ਥੋੜ੍ਹਾ ਜਿਹਾ ਬਚਿਆ। ਇਸ ਕਰਕੇ ਕਦੀ ਖਤਮ ਹੋਏਗਾ ਹੀ ਨਹੀਂ, ਕਿਉਂਕਿ ਇਹ ਡਰ ਨਹੀਂ ਮੁੱਕਦਾ। ਜੇ ਨਿਸ਼ਚਿੰਤ ਹੋ ਜਾਏ ਨਾ ਆਦਮੀ, ਜੇ ਇੱਕ ਬੰਦੇ ਨੂੰ ਇਹ ਪਤਾ ਲੱਗ ਜਾਏ ਵੀ ਮੇਰੀ ਮੌਤ ਨਹੀਂ ਹੋਣੀ, ਆ ਥੋੜਿਆਂ ਜਿਹਾ ਨੂੰ ਲੱਗਿਆ ਨਾ, ਹਰਨਾਕਸ਼ ਵਰਗੇ ਨੂੰ ਪਤਾ ਲੱਗ ਗਿਆ ਵੀ ਮੈਂ ਨਹੀਂ ਮਰਨਾ। ਉਹਨੇ ਕਿਤੇ ਤਪੱਸਿਆ ਕੀਤੀ ਸੀ, ਔਰ ਤਪੱਸਿਆ ਕਰਨ ਵਿੱਚ ਇਹ ਸਭ ਤੋਂ ਵੱਡਾ ਨੁਕਸ ਹੈ। ਗੁਰੂ ਸਾਹਿਬ ਨੇ ਇਹਦੀ ਨਿਖੇਧੀ ਤਾਂ ਕੀਤੀ ਹੈ ਬਈ ਛੱਡ ਤੂੰ ਇਹਨਾਂ ਗੱਲਾਂ ਨੂੰ, ਤੂੰ ਇਹ ਮੰਤਰ ਰਟਣ ਛੱਡ ਦੇ, ਫਿਰ ਤੂੰ ਇਹਦੀ ਕਰਨੀ ਸ਼ਕਤੀ ਇਕੱਠੀ, ਤੇ ਸ਼ਕਤੀ ਇਕੱਠੀ ਕਰਕੇ ਫਿਰ ਲੋਕਾਂ ਨੂੰ ਵਕਤ ਪਾਏਗਾ। ਕਿਸੇ ਨੂੰ ਫੂਕ ਮਾਰ ਦਿੱਤੀ, ਕਿਸੇ ਨੂੰ ਵਰ ਦੇ ਦਿੱਤਾ, ਕਿਸੇ ਨੂੰ ਸ਼ਰਾਪ ਨਹੀਂ, ਤੂੰ ਸਿਰਫ ਉਹਦੇ ਵਿੱਚ ਲੀਨ ਹੋ ਜਾ। ਇਹ ਧਰਮ ਦਾ ਰਾਹ ਦੱਸਿਆ। ਉਹਨੇ ਕਰ ਲਈ ਤਪੱਸਿਆ ਤੇ ਵਰ ਮੰਗ ਲਿਆ ਵੀ ਅੰਦਰ ਨਹੀਂ ਮਰਨਾ, ਬਾਹਰ ਨਹੀਂ ਮਰਨਾ। ਇਹ ਸਾਰੀਆਂ ਗੱਲਾਂ ਤੁਸੀਂ ਜਾਣਦੇ ਹੋ। ਆਕਾਸ਼ ਤੇ ਨਾ ਮਰਾਂ, ਧਰਤੀ ਤੇ ਨਾ ਮਰਾਂ, ਕਿਤੇ ਮੇਰੀ ਮੌਤ ਨਾ ਆਵੇ, ਨਾ ਦਿਨੇ ਨਾ ਰਾਤ। ਬੜੇ ਚੁਣ ਕੇ ਉਸ ਬੰਦੇ ਨੇ ਸਿਆਣੀਆਂ ਗੱਲਾਂ ਕੀਤੀਆਂ ਸਨ। ਸਿਆਣਾ ਬਹੁਤ ਸੀ, ਬੜਾ ਪ੍ਰਬੰਧ ਕੀਤਾ ਸੀ ਉਹਨੇ ਸਦਾ ਜਿਉਣ ਵਾਸਤੇ। ਨਾ ਅੰਦਰ ਮਰਾਂ ਨਾ ਬਾਹਰ, ਤੇ ਚੀਜ਼ਾਂ ਹੀ ਦੋ ਨੇ, ਇੱਕ ਅੰਦਰ ਹੈ ਤੇ ਬਾਹਰ ਹੈ। ਉਹਨੂੰ ਇਹ ਸੀ ਵੀ ਤੀਜਾ ਤੇ ਕੁਝ ਹੈ ਹੀ ਨਹੀਂ। ਬੜਾ ਸਿਆਣਾ ਸੀ। ਨਾ ਧਰਤੀ ਤੇ ਮਰਾਂ ਨਾ ਆਕਾਸ਼ ਵਿੱਚ। ਉਹਨੇ ਚੰਗੀ ਤਰ੍ਹਾਂ ਸੋਚ ਕੇ ਮੰਗਿਆ। ਮੇਰੇ ਖਿਆਲ ਵਿੱਚ ਤਪੱਸਿਆ ਬਾਅਦ ਵਿੱਚ ਕੀਤੀ ਹੋਵੇਗੀ, ਪਹਿਲਾਂ ਉਹਨੇ ਇਹ ਸਾਰਾ ਕੁਝ ਸੋਚ ਲਿਆ ਹੋਵੇਗਾ ਵੀ ਇਸ ਤਰ੍ਹਾਂ ਕਹਿਣਾ। ਜਦੋਂ ਗੱਲ ਬਣੀ ਫਿਰ ਉਹਨੇ ਕਿਹਾ ਵੀ ਨਾ ਦਿਨੇ ਤੇ ਨਾ ਰਾਤ, ਕਿਉਂਕਿ ਚੀਜ਼ਾਂ ਹੀ ਦੋ ਨੇ। ਸਾਰਾ ਕੁਝ ਬੜਾ ਚਿਰ ਉਹਨੇ ਬੰਦੇ ਲਾ ਕੇ ਚੀਜ਼ਾਂ ਲਿਖੀਆਂ ਹੋਣਗੀਆਂ। ਜਦੋਂ ਇਹ ਸਾਰੀਆਂ ਗੱਲਾਂ ਰੱਬ ਨੇ ਮੰਨ ਲਈਆਂ ਨਾ, ਤੇ ਰੱਬ ਵੀ ਇੱਕ ਵਾਰੀ ਤੇ ਹੈਰਾਨ ਹੋ ਗਿਆ ਵੀ ਹੁਣ ਫਸ ਗਏ। ਕਿਉਂਕਿ ਇਹ ਜੇ ਗੱਲ ਕਹਿ ਬੈਠਾ ਇਸ ਬੰਦੇ ਦੀ ਮੌਤ ਖਤਮ ਹੋ ਜਾਏਗੀ, ਤੇ ਜੇ ਇੱਕ ਵੀ ਬੰਦੇ ਦੀ ਮੌਤ ਖਤਮ ਹੋ ਜਾਏ ਇਸ ਧਰਤੀ ਤੋਂ, ਸਾਰੀ ਦੁਨੀਆ ਨੂੰ ਤੰਗ ਕਰੇਗਾ। ਇਹ ਰੱਬ ਨੇ ਨਾਲ ਮੌਤ, ਅਸੀਂ ਕਹਿੰਦੇ ਹਾਂ ਮੌਤ ਭਿਆਨਕ ਬੜੀ, ਸ਼ੱਕ ਕੋਈ ਨਹੀਂ ਇਹਦੇ ਵਿੱਚ, ਦੁੱਖ ਬੜਾ ਦਿੰਦੀ ਹੈ। ਹਰ ਰੋਜ਼ ਤੁਸੀਂ ਵਹਿੰਦੇ ਹੋ ਅਰਥੀਆਂ ਚੱਲਦੀਆਂ ਨੇ, ਬੜਾ ਦੁੱਖ ਹੈ। ਤੇ ਜਿਨ੍ਹਾਂ ਦੀਆਂ ਚੱਲੀਆਂ ਉਹਨਾਂ ਦੀਆਂ ਚੱਲ ਗਈਆਂ, ਬਾਕੀ ਆਪਾਂ ਡਰਦੇ ਰਹਿੰਦੇ ਹਾਂ ਵੀ ਸਾਡੀ ਨਾ ਕਿਤੇ ਨਿਕਲੇ ਕੱਲ੍ਹ ਨੂੰ। ਪਰ ਇਹ ਡਰ ਅਸੀਂ ਕਹਿੰਦੇ ਹਾਂ ਕਿਉਂ ਬਣਿਆ, ਤੇ ਬੜੀ ਸੋਚ ਸਮਝ ਕੇ ਪਾਇਆ
ਇੱਕ ਬੰਦੇ ਨੇ, ਹਰਨਾਕਸ਼ ਨੇ ਉਪਰਾਲਾ ਕਰਕੇ ਵਰ ਮੰਗ ਲਏ ਤੇ ਉਧਰੋਂ ਆਵਾਜ਼ ਆਈ ਤਥਾ ਅਸਤੂ, ਇਸੇ ਤਰ੍ਹਾਂ ਹੀ ਹੋਵੇਗਾ। ਹਰਨਾਕਸ਼ ਉੱਠ ਕੇ ਤਾੜੀ ਮਾਰ ਕੇ ਉੱਠਿਆ ਵੀ ਬਸ ਹੁਣ ਵੇਖੋ ਮੈਂ ਬਣਾਉਂਦਾ ਕੀ ਹਾਂ। ਪਰ ਉਹਨੂੰ ਨਹੀਂ ਸੀ ਪਤਾ ਵੀ ਜਿਹਦੇ ਨਾਲ ਤੂੰ ਇਹ ਪੰਗਾ ਲੈਣ ਲੱਗਾ ਉਹ ਬਹੁਤ ਸਿਆਣਾ ਹੈ, ਕਿ ਸਾਹਿਬ ਦਿਮਾਗ ਹੈ, ਬੜਾ ਸਿਆਣਾ ਹੈ ਉਹ। ਤੂੰ ਸਾਰਾ ਪ੍ਰਬੰਧ ਕਰ ਲਿਆ ਪਰ ਉਹਨੇ ਵਿਰਲਾ ਰੱਖੀਆਂ ਹੋਈਆਂ ਨੇ ਤੈਨੂੰ ਫਸਾਉਣ ਵਾਸਤੇ ਫਿਰ ਵੀ। ਇਸ ਲਈ ਇਸ ਧਰਤੀ ਦਾ ਮੈਂ ਇੱਕ ਦਸਤੂਰ ਪੜ੍ਹਿਆ, ਉਹ ਕਿਹੜਾ ਹੈ? ਉਸਤਾਦ ਲੋਕਾਂ ਦਾ, ਜਿਹੜੇ ਉਸਤਾਦ ਹੁੰਦੇ ਨਾ, ਪਹਿਲਵਾਨ ਹੋਣ ਜਾਂ ਕਲਾ ਦੇ, ਕੀਰਤਨ ਦੇ, ਕਿਸੇ ਚੀਜ਼ ਦੇ ਵੀ, ਉਹਨਾਂ ਦਾ ਇੱਕ ਫਿਕਰਾ, ਇੱਕ ਨਿਯਮ ਮੈਂ ਪੜ੍ਹਿਆ। ਉਹ ਕਹਿੰਦੇ ਵੀ ਆਪਣੇ ਸ਼ਾਗਿਰਦ ਨੂੰ ਤੁਸੀਂ ਸਾਰੀਆਂ ਚੀਜ਼ਾਂ ਦੱਸ ਦਿਓ ਪਰ ਇੱਕ ਬਚਾ ਕੇ ਰੱਖਿਆ ਜੇ, ਇੱਕ ਭੇਦ ਨਾ ਦੇਣਾ। ਇਹ ਗੁਰੂ ਘਰ ਵਿੱਚ ਤੇ ਹੈ ਵੀ ਕਲਗੀਆਂ ਵਾਲੇ ਨੇ ਕਿਹਾ ਵੀ ਜੇ ਤੂੰ ਮੇਰੇ ਕੋਲ ਆ ਜਾਏਗਾ ਤੇ ਤਬ ਲਗ ਤੇਜ ਦਿਓ ਮੈਂ ਸਾਰਾ, ਮੈਂ ਨਹੀਂ ਰੱਖਣਾ ਕੁਝ ਆਪਣਾ ਰੂਪ। ਪਰ ਜਿਹੜਾ ਦੁਨਿਆਵੀ ਜਿਹੜਾ ਕਲਾ ਹੈ ਨਾ, ਉਹਦੇ ਵਿੱਚ ਇਹ ਨਿਯਮ ਕੰਮ ਕਰਦਾ ਵੀ ਆਪਣੇ ਮੁਰੀਦ ਨੂੰ ਇੱਕ ਕੋਈ ਥੋੜ੍ਹਾ ਜਿਹਾ ਭੁਲੇਖਾ ਰੱਖੀ, ਸਾਰਾ ਨਾ ਦੱਸ ਦੇਈਂ। ਕਿਉਂ? ਨਹੀਂ ਤੇ ਉਹਨੇ ਤੈਨੂੰ ਕਹਿਣਾ ਵੀ ਹੁਣ ਤੂੰ ਥੱਲੇ ਬਹਿ ਤੇ ਮੈਂ ਉੱਤੇ ਬਹਿਣਾ। ਇਹ ਗੱਲ ਹੈ ਪੱਕੀ ਵੈਸੇ ਸੰਸਾਰ ਦੀ। ਬੜੇ ਬੜੇ ਉਸਤਾਦ ਆਪਣੇ ਮੁਰੀਦਾਂ ਤੋਂ ਰੋਂਦੇ ਵੇਖੇ ਨੇ। ਕਿਉਂ? ਉਹ ਜਿਹੜੇ ਮੁਰੀਦਾਂ ਤੋਂ ਕੱਪੜੇ ਧਵਾਉਂਦੇ ਰਹੇ, ਵਿਦਿਆਰਥੀਆਂ ਤੋਂ ਭਾਂਡੇ ਮਜਵਾਉਂਦੇ ਰਹੇ, ਪੈਰਾਂ ਨੂੰ ਮਾਲਿਸ਼ ਕਰਾਉਂਦੇ ਰਹੇ, 10 ਸਾਲ ਲੱਗੇ ਰਹੇ, ਤੇ ਜਦੋਂ ਉਹਨਾਂ ਵਿੱਚ ਗੁਣ ਆ ਗਿਆ ਨਾ, ਇਹ ਹੋਣਾ ਵੀ ਸੀ ਕਿਉਂਕਿ ਉਹ ਮੁਰੀਦ ਨਹੀਂ ਸਨ। ਜਦੋਂ ਬੰਦਾ ਮਜਬੂਰਨ ਕਿਸੇ ਦੀ ਸੇਵਾ ਕਰਦਾ ਹੈ ਨਾ, ਉਹਦੇ ਅੰਦਰ ਇੱਕ ਛੋਟਾ ਜਿਹਾ ਗੁੱਸਾ ਜੰਮਣਾ ਸ਼ੁਰੂ ਹੋ ਜਾਂਦਾ ਹੈ, ਬਣਦਾ ਰਹਿੰਦਾ ਹੈ, ਉਹਨੂੰ ਪ੍ਰਗਟ ਨਹੀਂ ਕਰ ਸਕਦਾ। ਮਜਬੂਰ ਹੁੰਦਾ ਵੀ ਹੁਣ ਇਹਦੇ ਕੋਲੋਂ ਗੁਣ ਲੈਣਾ, ਕੀ ਕਰੀਏ, ਹੁਣ ਇਹਦੇ ਪੈਰ ਦੱਬਣੇ ਹੀ ਪੈਣੇ ਨੇ, ਭਾਂਡੇ ਚੁੱਕਣੇ ਹੀ ਪੈਣੇ ਨੇ। ਇਹ ਉਸ ਵਿਦਿਆਰਥੀ ਦਾ ਚਿਹਰਾ ਦੱਸ ਦਿੰਦਾ ਵੀ ਇਹ ਸੇਵਾ ਨਹੀਂ ਕਰ ਰਿਹਾ, ਇਹਦੇ ਦਿਮਾਗ ਦੇ ਕਿਸੇ ਕੋਨੇ ਦੇ ਵਿੱਚ ਗੁੱਸੇ ਦੇ ਛੋਟੇ ਛੋਟੇ ਬੀਜ ਪੈਦਾ ਹੋ ਗਏ ਨੇ, ਵੀ ਇਹਦੀ ਮਜਬੂਰੀ ਹੈ। ਫਿਰ ਜਿੱਦਣ ਉਹਨੂੰ ਲੱਗ ਗਿਆ ਸਾਰਾ ਪਤਾ, ਉਹ ਸਾਰਾ ਗੁੱਸਾ ਉਹਦੇ ਉੱਤੇ ਕੱਢੇਗਾ, ਉਹਦੀ ਬਦਨਾਮੀ ਵੀ ਕਰੇਗਾ, ਉਹਨੂੰ ਹੇਠੀ ਵੀ ਕਰਾਏਗਾ। ਬੜਾ ਇਸ ਤਰ੍ਹਾਂ ਹੁੰਦਾ ਹੈ। ਤਾਂ ਇਹ ਜਿਹੜਾ ਹਰਨਾਕਸ਼ ਸੀ, ਸਾਰਾ ਪ੍ਰਬੰਧ ਕਰ ਲਿਆ। ਜਦੋਂ ਪਰਤ ਕੇ ਆਪਣੇ ਘਰ ਗਿਆ ਤੇ ਗਲੀਆਂ ਦੇ ਵਿੱਚੋਂ ਲੰਘਦਾ ਹੀ ਜਿਹੜੇ ਇਹਦੇ ਵਿਰੋਧੀ ਸਨ ਨਾ, ਪਰਵਾਹ ਨਹੀਂ ਸਨ ਕਰਦੇ, ਉਹਨਾਂ ਦੇ ਬੂਹੇ ਅੱਗੇ ਉਹਦੀ ਲੰਘਿਆ, ਹਾਂਗਰੇ ਮਾਰਦਾ ਗਿਆ ਵੀ ਹੁਣ ਵੇਖਣਾ ਮੈਂ ਕਰਦਾ ਕੀ, ਕਿਉਂਕਿ ਦਿਨ ਰਾਤ ਮਰਨਾ ਨਹੀਂ, ਜ਼ਮੀਨ ਅਸਮਾਨ ਤੇ ਮਰਨਾ ਨਹੀਂ, ਅੰਦਰ ਨਹੀਂ ਮਰਨਾ, ਬਾਹਰ ਨਹੀਂ ਮਰਨਾ, ਮਾਰਨ ਵਾਲਾ ਹੈ ਹੀ ਕੌਣ। ਇਹਨੇ ਇੱਕ ਪਾਸਿਓਂ ਵਾਢਾ ਲਾ ਦਿੱਤਾ, ਆਪਣੇ ਵਿਰੋਧੀਆਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਫਿਰ ਰੱਬ ਨੇ ਇੱਕ ਕਲਾ ਖੇਡੀ, ਉਹਨੇ ਕਿਹਾ ਵੀ ਇਹ ਹੁਣ ਹੋਰ ਕਿਤੇ ਉਹ ਨਹੀਂ ਮਰੇਗਾ, ਘਰੋਂ ਮਰੇਗਾ। ਸਰੀਰ ਧਾਰਨ ਕਰ ਲਿਆ, ਪ੍ਰਹਿਲਾਦ ਬਣ ਕੇ ਉਹਦੇ ਘਰ ਰੱਬ ਨੇ ਖੁਦ ਹੀ ਜਨਮ ਲਿਆ। ਉਹਨੇ ਇਨਕਾਰ ਕਰ ਦਿੱਤਾ। ਮੈਂ ਗੱਲ ਮੁਕਾਵਾਂ, ਹਰਨਾਕਸ਼ ਨੇ ਕਿਹਾ ਸੀ ਵੀ ਮੇਰਾ ਨਾਮ ਜਪੋ ਸਾਰੇ ਦੇਸ਼ ਵਿੱਚ, ਇਨਕਾਰ ਕਰ ਦਿੱਤਾ। ਵਿਰੋਧ ਸ਼ੁਰੂ ਹੋ ਗਿਆ। ਆਪਣੇ ਪੁੱਤਰ ਨੂੰ, ਪ੍ਰਹਿਲਾਦ ਨੂੰ ਤਲਵਾਰ ਕੱਢ ਕੇ ਮਾਰਨ ਵਾਸਤੇ ਆਇਆ। ਫਿਰ ਰੱਬ ਦੀ ਉਹ ਸ਼ਕਤੀ ਪੈਦਾ ਹੋਈ ਜਿਹਨੂੰ ਕਹਿੰਦੇ ਨਰ ਸਿੰਘ, ਕਰੂਰ ਰੂਪ। ਜਾਪ ਸਾਹਿਬ ਵਿੱਚ ਉਹ ਬਚਨ ਆਇਆ ਪਿੱਛੇ, ਕਰੂਰ ਕਰਮੇ। ਰੱਬ ਇੰਨਾ ਪੋਲਾ ਨਹੀਂ। ਇੱਥੇ ਤੇ ਕਿਹਾ ਨਾ ਵੀ ਕਿ ਹੁਸਨਲ ਵਜੂ ਹੈ, ਬੜਾ ਸੋਹਣਾ ਹੈ, ਕਿ ਅਫਵਲ ਗੁਨਾਹ ਹੈ, ਗੁਨਾਹਾਂ ਨੂੰ ਬਖਸ਼ ਦੇਣਾ ਹੈ, ਕੋਈ ਸ਼ੱਕ ਨਹੀਂ। ਪਰ ਜੇ ਕੋਈ ਕਰੇ ਨਾ ਇੱਧਰ ਉੱਧਰ ਦੀ ਗੱਲ, ਫਿਰ ਉਹਦੇ ਵਾਸਤੇ ਕਲਗੀਆਂ ਵਾਲੇ ਨੇ ਕਿਹਾ ਕਰੂਰ ਕਰਮੇ, ਬੜਾ ਭਿਆਨਕ ਹੈ ਤੂੰ। ਜਦੋਂ ਆਪਣੀ ਉਸ ਸ਼ਕਤੀ ਨੂੰ ਪ੍ਰਗਟ ਕਰ ਦੇਣਾ, ਕਰੂਰਤਾ ਨੂੰ, ਉਹਦੇ ਅੱਗੇ ਕੁਝ ਵੀ ਅੜਦਾ ਨਹੀਂ, ਕਰੂਰ ਬੜਾ ਹੈ। ਫਿਰ ਉਹਦਾ ਕਰੂਰ ਰੂਪ ਪ੍ਰਗਟ ਹੋਇਆ, ਨਰ ਸਿੰਘ। ਉਹਨੇ ਹਰਨਾਕਸ਼ ਨੂੰ ਫੜ ਲਿਆ ਗਰਦਨ ਤੋਂ, ਕਹਿਣ ਲੱਗੇ ਆ ਵੀ ਮਿੱਤਰਾ, ਤੈਨੂੰ ਬੜਾ ਚਿਰ ਹੋ ਗਿਆ ਮੈਂ ਵੇਖ ਰਿਹਾ, ਹੁਣ ਤੱਕ ਤੂੰ ਮੇਰਾ ਪਿਆਰ ਵਾਲਾ ਚਿਹਰਾ ਵੇਖਿਆ, ਹੁਣ ਤੈਨੂੰ ਮੈਂ ਦੂਜਾ ਵੀ ਦਿਖਾ ਹੀ ਦਿਆਂ। ਹਰਨਾਕਸ਼ ਨੇ ਕਿਹਾ ਜੀ ਕੀ ਕਰ ਰਹੇ ਹੋ, ਤੁਸੀਂ ਆਪ ਹੀ ਤੇ ਵਰ ਦਿੱਤੇ ਨੇ। ਉਹਨੇ ਕਿਹਾ ਦੱਸ
ਤੇਰੇ ਵਰ ਵੀ ਪੂਰੇ ਕਰਨੇ ਨੇ ਤੇ ਤੇਰੀਆਂ ਆਂਦਰਾਂ ਵੀ ਕੱਢਣੀਆਂ ਨੇ, ਦੋਵੇਂ ਕੰਮ। ਕਹਿਣ ਲੱਗਾ ਜੀ ਤੁਸੀਂ ਕਿਹਾ ਸੀ ਨਾ ਜ਼ਮੀਨ, ਨਾ ਅੰਦਰ ਮਰਾਂ ਨਾ ਬਾਹਰ। ਤੇ ਨਰ ਸਿੰਘ ਹੋਰੀ ਬੈਠ ਗਏ ਉਸ ਮਕਾਨ ਦੀ ਦਹਲੀਜ਼ ਵਿੱਚ, ਜਿਹਨੂੰ ਕਹਿੰਦੇ ਦੇਹਲੀ, ਦੇਹਲੀ ਦੀਪਕ, ਜਿੱਥੇ ਦੀਵਾ ਰੱਖਿਆ ਬਾਹਰ ਵੀ ਚਾਨਣ ਦਿੰਦਾ ਤੇ ਅੰਦਰ ਵੀ। ਦਹਲੀਜ਼ ਤੇ ਬਹਿ ਗਏ। ਫਿਰ ਹਰਨਾਕਸ਼ ਨੇ ਕਿਹਾ ਜੀ ਤੁਸੀਂ ਨਜਾਇਜ਼ ਕਰ ਰਹੇ ਹੋ। ਨਰ ਸਿੰਘ ਨੇ ਕਿਹਾ ਵੀ ਮੇਰੇ ਘਰ ਵਿੱਚ ਅਨਿਆਂ ਨਹੀਂ, ਮੈਂ ਤੈਨੂੰ ਜੋ ਕੁਝ ਕਿਹਾ ਪੂਰਾ ਕਰਾਂਗਾ। ਤੂੰ ਸਿਆਣਾ ਬੜਾ ਸੈ, ਪਰ ਇਹ ਭੁੱਲ ਗਿਓ ਵੀ ਮੈਂ ਤੇ ਤੈਨੂੰ ਬਣਾਇਆ ਸੀ, ਤੂੰ ਕਿੰਨਾ ਕੁ ਸਿਆਣਾ ਹੈ। ਉਹਨੇ ਕਿਹਾ ਜੀ ਦੂਜਾ ਵਰ ਦਿੱਤਾ ਸੀ ਨਾ ਜ਼ਮੀਨ ਤੇ ਨਾ ਆਸਮਾਨ ਤੇ। ਉਹ ਦਹਲੀਜ਼ ਵਿੱਚ ਬੈਠਾ ਸੀ ਨਰ ਸਿੰਘ, ਉਹਨੇ ਚੁੱਕ ਕੇ ਆਪਣੇ ਪੱਟਾਂ ਤੇ ਰੱਖ ਲਿਆ। ਕਹਿਣ ਲੱਗੇ ਹੁਣ ਦੱਸ ਜ਼ਮੀਨ ਤੇ ਵੇਂ ਕਿ ਆਕਾਸ਼ ਵਿੱਚ? ਕਹਿਣ ਲੱਗਾ ਦੋਵਾਂ ਵਿੱਚੋਂ ਕਿਤੇ ਨਹੀਂ। ਦੋ ਗੱਲਾਂ ਪੂਰੀਆਂ ਹੋ ਗਈਆਂ। ਜਦੋਂ ਹਰਨਾਕਸ਼ ਨੂੰ ਗਰਦਨ ਤੋਂ ਫੜ ਕੇ ਮਰੋੜਨ ਲੱਗੇ ਨਰ ਸਿੰਘ, ਉਹਨੇ ਕਿਹਾ ਜੀ ਮੈਂ ਵੀ ਕਿਹਾ ਸੀ ਨਾ ਦਿਨੇ ਮਰਾਂ ਨਾ ਰਾਤੀ। ਸੂਰਜ ਅੱਧਾ ਡੁੱਬਿਆ ਸੀ ਅੱਧਾ ਰਹਿੰਦਾ ਸੀ ਉੱਧਰੋਂ। ਉਹਨੂੰ ਆਪਾਂ ਕਹਿ ਸਕਦੇ ਹਾਂ ਸੰਧਿਆ ਵੇਲਾ ਜਾਂ ਅੰਮ੍ਰਿਤ ਵੇਲਾ। ਉਹਨੂੰ ਨਾ ਰਾਤ ਕਿਹਾ ਜਾ ਸਕਦਾ ਹੈ ਨਾ ਦਿਨ ਕਿਹਾ ਜਾ ਸਕਦਾ। ਜਦੋਂ ਪੂਰਾ ਇੱਥੇ ਟਾਈਮ ਆਇਆ, ਨਰ ਸਿੰਘ ਨੇ ਹਰਨਾਕਸ਼ ਦੇ ਪੇਟ ਵਿੱਚ ਆਪਣੀਆਂ ਉਹ ਜਿਹੜੀਆਂ ਤੇਜ਼ ਨਾਖੂਨ ਵਾਲੀਆਂ ਉਂਗਲਾਂ ਸਨ, ਉਹਦੇ ਨਾਲ ਉਹਦੀਆਂ ਸਾਰੀਆਂ ਨਾੜਾਂ ਖਿੱਚ ਕੇ ਬਾਹਰ ਕੱਢ ਦਿੱਤੀਆਂ। ਇਹਨੂੰ ਕਹਿੰਦੇ ਕਰੂਰ ਕਰਮੇ। ਬੜਾ ਭਿਆਨਕ ਹੈ ਤੇਰਾ ਸਰੂਪ। ਜਦੋਂ ਕੋਈ ਹੱਦਾਂ ਬੰਨਿਆਂ ਨੂੰ ਤੋੜਦਾ ਹੈ ਤੇ ਫਿਰ ਉਹ ਸਭ ਕੁਝ ਜਾਣਦਾ ਹੈ। ਇਸ ਕਰਕੇ ਕਹਿੰਦੇ ਨੇ ਸੱਜਣਾ ਤੂੰ ਤਾਕਤਵਰ ਕਿੰਨਾ ਵੀ ਹੋਵੇਂ, ਤੂੰ ਸਿਆਣਾ ਕਿੰਨਾ ਵੀ ਹੋਵੇਂ, ਪਰ ਇੱਕ ਗੱਲ ਯਾਦ ਰੱਖੀ, ਜਿਹਨੇ ਤੈਨੂੰ ਬਣਾਇਆ ਹੈ ਉਹ ਇਹਦੇ ਤੋਂ ਕਿਤੇ ਵੱਧ ਸਿਆਣਾ ਹੈ। ਉਹਦੇ ਅੱਗੇ ਕੋਈ ਸਿਆਣਪ ਕੰਮ ਨਹੀਂ ਕਰਦੀ। ਬੜਾ ਮਹਾਨ ਹੈ। ਮੈਂ ਗੱਲ ਕਰ ਰਿਹਾ ਸੀ ਹਮੇਸ਼ੁਲ ਸਲਾਮੈ। ਦੁਨੀਆ ਹੈ ਜ਼ਰੂਰ, ਸੰਸਾਰ ਹੈ, ਕੋਈ ਸ਼ੱਕ ਨਹੀਂ, ਪਰ ਇਹਦੇ ਵਿੱਚ ਇੱਕ ਬੜਾ ਭਾਰਾ ਨੁਕਸ ਹੈ, ਨਿਸ਼ਚਿੰਤਤਾ ਨਹੀਂ ਆਉਂਦੀ। ਬੰਦਾ ਬੇਪਰਵਾਹ ਨਹੀਂ ਹੋ ਸਕਦਾ। ਇੱਕ ਅੰਦਰ ਧੁਖ ਹੀ ਲੱਗੀ ਰਹਿੰਦੀ, ਚਿੰਤਾ ਬਣੀ ਰਹਿੰਦੀ ਹੈ। ਉਹ ਕਾਹਦੀ? ਵੀ ਅੱਜ ਜੋ ਕੁਝ ਹੈ ਕੱਲ੍ਹ ਕੀ ਪਤਾ ਰਹਿਣਾ ਕਿ ਨਹੀਂ। ਪਰ ਕਲਗੀਆਂ ਵਾਲੇ ਨੇ ਕਿਹਾ ਵੀ ਜਿਹੜੀ ਦੁਨੀਆ ਵਿੱਚ ਜਿਹੜੇ ਰੱਬ ਨਾਲ ਮੈਂ ਪਿਆਰ ਕੀਤਾ ਹੈ, ਉਹਦੇ ਬਾਰੇ ਵੱਡੇ ਬਾਬੇ ਨਾਨਕ ਨੇ ਗੱਲ ਕਹੀ, ਕਹਿੰਦੇ ਨਾ ਉਹ ਮਰੈ ਨਾ ਹੋਵੈ ਸੋਗ, ਦੇਂਦਾ ਰਹਿ ਨਾ ਚੁਕੈ ਭੋਗ, ਗੁਣ ਇਹੋ ਹੋਰ ਨਾਹੀ ਕੋਇ। ਇਹ ਗੁਣ ਹੋਰ ਕਿਸੇ ਵਿੱਚ ਨਹੀਂ ਜਿਹੜਾ ਉਹਦੇ ਵਿੱਚ ਵੀ ਉਹ ਸਦਾ ਹੀ ਰਹਿੰਦਾ ਹੈ। ਇਸ ਕਰਕੇ ਉਹ ਬੇਪਰਵਾਹ ਹੋ ਗਿਆ ਵੀ ਮੌਤ ਖਤਮ ਹੋ ਗਈ, ਜੋ ਹੈ ਉਹ ਰਹੇਗਾ ਹੀ। ਆਦ ਸੱਚ ਜੁਗਾਦ ਸੱਚ, ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਰਾਹ ਤਾਂ ਦੱਸ ਦਿੱਤਾ ਹੈ, ਇਹ ਤੁਰਨਾ ਨਾ ਤੁਰਨਾ ਸਾਡੀ ਗੱਲ ਹੈ। ਤਾਂ ਇਹ ਗੁਣ ਦੱਸਿਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ, ਕਹਿੰਦੇ ਹਮੇਸ਼ੁਲ ਸਲਾਮੈ, ਤੂੰ ਹਮੇਸ਼ਾ ਹੀ ਸਲਾਮਤ ਰਹਿਣਾ ਹੈ, ਕਦੀ ਤੇਰੀ ਸਮਾਪਤੀ ਨਹੀਂ ਹੁੰਦੀ। ਫਿਰ ਕਹਿੰਦੇ ਸਲੀਖਤ ਮੁਦਾਮੈ। ਸਲੀਖਤ, ਸਲੀਖਤ ਦਾ ਅਰਥ ਹੈ ਰਚਨਾ, ਮੁਦਾਮੇ ਦਾ ਅਰਥ ਹੈ ਪੱਕੀ। ਤੇਰੀ ਜਿਹੜੀ ਰਚਨਾ ਹੈ, ਜੋ ਤੂੰ ਬਣਾਉਣਾ ਪੱਕੀ ਤਰ੍ਹਾਂ ਬਣਾਉਣਾ, ਬੜਾ ਸੋਚ ਸਮਝ ਕੇ। ਯਾਨੀ ਕਿ ਤੇਰੀ ਬਣਾਈਆਂ ਹੋਈਆਂ ਚੀਜ਼ਾਂ ਜਿਹੜੀਆਂ ਨੇ ਬੜੀਆਂ ਦਰੁਸਤ ਨੇ, ਚੰਗੀਆਂ ਨੇ। ਤੁਸੀਂ ਵੇਖੋ ਹਜ਼ਾਰਾਂ ਦੀ ਗਿਣਤੀ ਵਿੱਚ ਤਾਰੇ ਸਿਆਰੇ ਆਕਾਸ਼ ਵਿੱਚ ਬੜੀ ਸਪੀਡ ਵਿੱਚ ਦੌੜਦੇ ਨੇ। ਜਿਹੜੀ ਧਰਤੀ ਹੈ ਨਾ ਸਾਡੀ, ਜਦੋਂ ਘੁੰਮਦੀ ਹੈ, ਹੁਣ ਵੇਖਿਆ ਵਿਗਿਆਨ ਵਾਲਿਆਂ ਨੇ, ਜਹਾਜ਼ ਬੜੀ ਤੇਜ਼ ਜਾਂਦਾ, ਪਰ ਉਹਦੇ ਤੋਂ ਤਕਰੀਬਨ ਇਹ 10 ਗੁਣਾ ਘੱਟ ਦੌੜਦਾ ਅਜੇ ਵੀ। ਸਪੀਡ ਧਰਤੀ ਜਿੰਨੀ ਨਹੀਂ, ਜਿੰਨੀ ਉਹ ਤੇਜ਼। ਜਿਵੇਂ ਆਪਾਂ ਇੱਧਰੋਂ ਪੱਛਮ ਵੱਲੋਂ ਪੂਰਬ ਵੱਲ ਦੌੜ ਰਹੇ ਹਾਂ ਲਗਾਤਾਰ। ਉਹਨਾਂ ਨੇ ਉੱਪਰੋਂ ਜਾ ਕੇ ਵੇਖਿਆ ਬ੍ਰਹਿਮੰਡ ਦੇ ਵਿੱਚੋਂ, ਉਹ ਕਹਿੰਦੇ ਧਰਤੀ ਜਦੋਂ ਦੌੜਦੀ ਹੈ ਨਾ, ਉਹਦੇ ਵਿੱਚੋਂ ਇੱਕ ਬੜੀ ਭਿਆਨਕ ਆਵਾਜ਼ ਨਿਕਲ ਰਹੀ ਹੈ, ਇੰਨੀ ਸਪੀਡ ਹੈ ਉਹਦੇ ਦੌੜਨ ਦੀ। ਉਹ ਆਵਾਜ਼ ਉੱਤੇ ਤੱਕ ਜਾ ਰਹੀ ਹੈ।
ਜਿਵੇਂ ਕੋਈ ਚੀਜ਼ ਘੁੰਮੇ ਤੇ ਉਹਦੀ ਆਵਾਜ਼ ਆਉਂਦੀ ਹੈ ਬੜੀ ਤੇਜ਼। ਇੰਨੀ ਤੇਜ਼ ਉਹਦੀਆਂ ਬਣਾਈਆਂ ਹੋਈਆਂ ਧਰਤੀਆਂ, ਸੂਰਜ, ਚੰਦਰਮਾ, ਤਾਰੇ, ਸਿਆਰੇ ਕਿੰਨੇ ਤੇਜ਼ ਦੌੜਦੇ ਨੇ। ਪਰ ਤੁਸੀਂ ਕਦੀ ਵੇਖਿਆ ਵੀ ਕਦੀ ਕਿਸੇ ਦਾ ਐਕਸੀਡੈਂਟ ਹੋਇਆ ਹੋਵੇ ਆਪਸ ਵਿੱਚ? ਕੋਲੋਂ ਨਿਕਲ ਜਾਂਦੇ ਨੇ। ਆਪਣੇ ਵਾਲੇ ਸੱਜਣ ਸ਼ੀਸ਼ੇ ਜਿਹਾ ਲਾ ਕੇ ਬੜੀ ਵਾਰੀ ਕਹਿੰਦੇ ਵੀ ਅਸੀਂ ਵੇਖਿਆ ਖਤਰਾ ਬਹੁਤ ਹੋ ਗਿਆ। ਕੀ? ਫਲਾਣਾ ਗ੍ਰਹਿ ਕਹਿੰਦੇ ਆ ਰਿਹਾ, ਧਰਤੀ ਨਾਲ ਉਹਨੇ ਵੱਜ ਜਾਣਾ, ਉਹ ਸਾਡੇ ਵਾਲੀ ਗੱਡੀ ਥੋੜ੍ਹੀ ਵੱਜ ਜਾਏਗੀ, ਉਹਨੇ ਪੱਕਾ ਇੰਤਜ਼ਾਮ ਕੀਤਾ। ਜਾਂ ਇਹ ਤਾਂ ਟਕਰਾਏਗੀ ਜਦੋਂ ਇੱਥੇ ਅਸੀਂ ਕੁਝ ਗਲਤੀਆਂ ਕੀਤੀਆਂ ਨੇ, ਇਹ ਉਹਦਾ ਨਿਯਮ ਹੈ। ਜਦੋਂ ਅਸੀਂ ਕੁਦਰਤ ਨੂੰ ਤੋੜ ਦਿੱਤਾ ਹੈ, ਉਹਦੇ ਤੋਂ ਬਾਹਰ ਚਲੇ ਗਏ, ਤੇ ਹੋ ਸਕਦਾ ਹੈ ਉਹ ਕਵੇ ਬਈ ਇਹਨਾਂ ਨੂੰ ਭੰਨ ਕੇ ਪਰਤ ਕੇ ਬਣਾ ਦੀ, ਫਿਰ ਟਕਰਾ ਦੇ, ਨਹੀਂ ਤੇ ਵੈਸੇ ਨਹੀਂ ਟਕਰਾਉਣ ਨਹੀਂ ਦੇਗਾ, ਬਚਾਏਗਾ। ਇਸ ਤਰ੍ਹਾਂ ਦਾ ਉਹ ਸਲੀਖਤ ਮੁਦਾਮਾ, ਜਿਹਦੀ ਸ੍ਰਿਸ਼ਟੀ, ਜਿਹਦੇ ਸਿਸਟਮ ਬੜੇ ਹੀ ਕਾਇਮ ਦਾਇਮ ਨੇ, ਬੜੇ ਤਰੀਕੇ ਵਾਲੇ ਨੇ। ਤੁਸੀਂ ਸਰੀਰ ਦਾ ਹਿਸਾਬ ਲਾ ਕੇ ਵੇਖੋ ਕਿਵੇਂ ਬੰਦਾ ਸੌਂਦਾ ਹੈ, ਫਿਰ ਇਹਨੂੰ ਕੌਣ ਜਗਾ ਦਿੰਦਾ ਵੀ ਹੁਣ ਨੀਂਦ ਅੰਦਰ ਪੂਰੀ ਹੋ ਗਈ। ਇੱਕ ਸਿਸਟਮ ਅੰਦਰ ਲੱਗਾ ਹੋਇਆ। ਆ ਹੁਣ ਇੱਕ ਮਰੀਜ਼ ਵੱਧ ਗਏ ਨਾ ਕੌਮੇ ਦੇ, ਜਿਹਨਾਂ ਨੂੰ ਕਹਿੰਦੇ ਕੌਮਾਂ ਵਿੱਚ ਚਲੇ ਗਏ ਨੇ, ਉਹ ਕੌਣ ਨੇ? ਵੀ ਨੀਂਦ ਵਿੱਚ ਗਏ, ਹੁਣ ਜਾਗ ਕੋਈ ਨਹੀਂ ਆਉਂਦੀ। ਜਾਗ ਕਿਉਂ ਨਹੀਂ ਆਉਂਦੀ? ਜਗਾਉਣ ਵਾਲਾ ਸਿਸਟਮ ਕਮਜ਼ੋਰ ਪੈ ਗਿਆ, ਇੱਕ ਲੱਗਾ ਹੋਇਆ ਅੰਦਰ, ਉਹ ਕਮਜ਼ੋਰ ਹੋ ਗਿਆ। ਉਹ ਪਰਤ ਕੇ ਜਗਾਉਂਦਾ ਨਹੀਂ ਵੀ ਹੁਣ ਤੈਨੂੰ, ਤੇਰੀ ਨੀਂਦ ਪੂਰੀ ਹੋ ਗਈ, ਹੁਣ ਤੂੰ ਜਾਗ। ਕਿੰਨਾ ਬੇਸ਼ਕੀਮਤੀ ਉਹਨੇ ਸਾਨੂੰ ਬਣਾਇਆ ਵੀ ਇਹਨੂੰ ਨੀਂਦ ਆਉਣੀ ਹੈ ਤੇ ਇਹ ਸੱਜਣ ਸੁੱਤਾ, ਤੇ ਜਗਾਏਗਾ ਕੌਣ ਇਹਨੂੰ? ਉਹਨੇ ਅੰਦਰ ਫਿੱਟ ਕਰ ਦਿੱਤਾ। ਜਿਉਂ ਹੀ ਇਹਦੀ ਨੀਂਦ ਪੂਰੀ ਹੁੰਦੀ ਹੈ, ਸਰੀਰ ਦੀ ਹਰਕਤ ਹੋਣੀ ਸ਼ੁਰੂ ਹੋ ਜਾਂਦੀ ਵੀ ਹੁਣ ਇਹਦਾ ਐਨਰਜੀ ਪੂਰੀ ਹੋ ਗਈ, ਹੁਣ ਇਹਨੇ ਜਾਗਣਾ ਹੈ। ਇਸ ਤਰ੍ਹਾਂ ਦੀ ਉਹਦੀ ਸ੍ਰਿਸ਼ਟੀ। ਬਾਹਰੋਂ ਅੱਖਾਂ ਵੇਖਦੀਆਂ ਨੇ, ਪਿੱਛੇ ਜਾ ਕੇ ਖਬਰ ਦਿੰਦੀਆਂ ਨੇ ਦਿਮਾਗ ਨੂੰ, ਬਾਹਰ ਕੌਣ ਆਇਆ, ਇਹਦਾ ਨਾਮ ਕੀ ਹੈ। ਆਵਾਜ਼ ਸੁਣ ਕੇ ਪਤਾ ਲੱਗਦਾ ਆਵਾਜ਼ ਕਿਹੜੇ ਬੰਦੇ ਦੀ ਹੈ। ਇਹ ਸਾਰੀਆਂ ਚੀਜ਼ਾਂ ਕਿਹਨੇ ਬਣਾਈਆਂ? ਤੇ ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਸਲੀਖਤ ਮੁਦਾਮਾ, ਤੇਰੀ ਸ੍ਰਿਸ਼ਟੀ ਦੇ ਜਿਹੜੇ ਨਿਯਮ ਨੇ ਉਹ ਬੜੇ ਹੀ ਕਾਇਮ ਦਾਇਮ। ਫਿਰ ਕਹਿੰਦੇ ਗਨੀਮੁਲ ਸ਼ਿਕਸਤੈ ਗਰੀਬੁਲ ਪਰਸਤੈ, ਜਿਹੜੇ ਲੋਕ ਹੰਕਾਰੀ ਹੋ ਜਾਂਦੇ ਨੇ ਉਹਨਾਂ ਨੂੰ ਤੂੰ ਮੈਦਾਨ ਵਿੱਚੋਂ ਸ਼ਿਕਸਤ ਭਜਾ ਦੇਣਾ, ਹਰਾ ਦਿੰਦਾ ਹੈ। ਜਿਹੜੇ ਨਿਮਾਣੇ ਹੋ ਕੇ ਤੁਰਦੇ ਉਹਨਾਂ ਦੀ ਪ੍ਰਸਤੀ ਕਰਨਾ, ਭਾਵ ਉਹਨਾਂ ਨੂੰ ਸਹਾਰਾ ਦੇਣਾ, ਉਹਨਾਂ ਨੂੰ ਪਿਆਰ ਕਰਨਾ। ਅਗਲਾ ਬਚਨ ਕਿਆ ਕਹਿੰਦੇ ਬੇਲੰਦੁਲ ਮਕਾਨੈ। ਮਕਾਨ ਸ਼ਬਦ ਤੇ ਤੁਸੀਂ ਆਮ ਸਮਝਦੇ ਹੋ, ਮਕਾਨ ਦੇ ਅਰਥ ਨੇ ਕਮਰਾ, ਕੋਠਾ। ਬਿਲੰਦੁਲ ਵੀ ਸ਼ਬਦ ਵਰਤਿਆ ਜਾਂਦਾ। ਆਪਾਂ ਕਹਿੰਦੇ ਫਲਾਣੇ ਦਾ ਹੌਸਲਾ ਬੁਲੰਦ ਹੈ। ਤੇਰਾ ਜਿਹੜਾ ਮਕਾਨ ਹੈ ਨਾ, ਜਿੱਥੇ ਤੂੰ ਰਹਿਣਾ ਹੈ, ਉਹ ਚੀਜ਼ ਬੁਲੰਦ ਰਹਿੰਦੀ ਹੈ, ਸਦਾ ਚੜ੍ਹਦੀ ਕਲਾ ਵਿੱਚ। ਪ੍ਰਭ ਜੀ ਬਸੈ ਸਾਧ ਕੀ ਰਸਨਾ, ਉਹ ਰਸਨਾ ਹੀ ਉਹਦਾ ਮਕਾਨ ਹੈ, ਜਾਂ ਉਹਦਾ ਹਿਰਦਾ ਉਹਦਾ ਮਕਾਨ ਹੈ। ਜਿੱਥੇ ਉਹ ਰਹਿੰਦਾ ਹੈ, ਜਿਹੜੇ ਟਿਕਾਣੇ ਤੇ ਉਹਦਾ ਨਿਵਾਸ ਹੈ, ਉਹਦੇ ਝੰਡੇ ਸਦਾ ਬੁਲੰਦ ਰਹਿੰਦੇ ਨੇ। ਉੱਥੇ ਕਦੀ ਮੌਤ ਨਹੀਂ ਆਉਂਦੀ, ਕਦੀ ਸੋਗ ਨਹੀਂ ਆਉਂਦਾ। ਫਿਰ ਕਹਿੰਦੇ ਜ਼ਮੀਨੁਲ ਜਮਾਨੈ, ਜ਼ਮੀਨ ਤੇ ਵੀ ਤੇਰਾ ਨਿਵਾਸ ਹੈ, ਜਮਾਨਾ ਆਕਾਸ਼ ਵਿੱਚ ਵੀ ਤੇਰਾ ਨਿਵਾਸ, ਕੋਈ ਥਾਂ ਖਾਲੀ ਨਹੀਂ। ਤਮੀਜੁਲ ਤਮਾਮੈ, ਤਮੀਜੁਲ ਕਹਿੰਦੇ ਵਿਵੇਕ ਬੁੱਧੀ ਨੂੰ, ਸਿਆਣਪ ਨੂੰ, ਗਹਿਰੀ ਸਿਆਣਪ ਨੂੰ। ਇੱਕ ਸਿਆਣਪ ਹੁੰਦੀ ਹੈ ਬਾਹਰੋਂ ਸਿੱਖੀ ਜਾਂਦੀ ਹੈ, ਅਸੀਂ ਬੱਚਿਆਂ ਨੂੰ ਸਿਖਾ ਦਿਆਂਗੇ, ਵੱਡਾ ਆਦਮੀ ਆ ਰਿਹਾ ਜੀ, ਇਹਨੂੰ ਸਤਿ ਸ੍ਰੀ ਅਕਾਲ ਕਹੋ, ਇਸ ਨੂੰ ਫਤਿਹ ਬੁਲਾਓ। ਇਹ ਸਿਆਣਪ ਬਾਹਰੋਂ ਭਰੀ ਗਈ ਹੈ, ਇਹ ਚੰਗੀ ਹੈ। ਵੈਸੇ ਤੇ ਹੁਣ ਅੱਗੋਂ ਅਸੀਂ ਨਹੀਂ ਸਿਖਾਉਂਦੇ, ਸਾਡੇ ਕੋਲ ਟਾਈਮ ਹੀ ਨਹੀਂ ਬੱਚਿਆਂ ਨੂੰ ਸੰਭਾਲਣ ਦਾ, ਉਹਨਾਂ ਨਾਲ ਗੱਲਬਾਤ ਕਰਨ ਦਾ। ਇਸ ਲਈ ਨਾ ਅਸੀਂ ਰੱਬ ਦੇ ਬੱਚੇ ਬਣ ਕੇ ਰਹਿ ਗਏ, ਨਾ ਅਸੀਂ ਆਪਣੇ ਬੱਚਿਆਂ ਨੂੰ ਸੰਭਾਲਦੇ, ਦੋਵੇਂ ਗੱਲਾਂ। ਤਾਂ ਇਹ ਉਹਦੇ ਅੰਦਰ ਤਮੀਜ਼ੁਲ, ਤਮੀਜ਼ ਕਹਿੰਦੇ, ਤਮੀਜ਼ ਸ਼ਬਦ ਤੁਸੀਂ ਕਈ ਵਾਰੀ ਸੁਣੋਗੇ ਵੀ ਫਲਾਣਾ ਬੰਦਾ, ਇਹਨੂੰ ਤਮੀਜ਼ ਨਹੀਂ ਹੈ ਬੋਲਣ ਦੀ, ਪਤਾ ਨਹੀਂ, ਤਰੀਕਾ ਨਹੀਂ ਹੈ। ਤੂੰ ਸਿਆਣਾ ਬਹੁਤ ਹੈ,
ਤੇਰੇ ਵਿੱਚ ਤਮੀਜ਼ ਬੜੀ ਹੈ, ਤਮਾਮੈ ਸਾਰੀ ਤਰ੍ਹਾਂ ਦੀ ਸਿਆਣਪ ਤੇਰੇ ਅੰਦਰ ਹੈ। ਔਰ ਇਹ ਤਮੀਜ਼ ਬੜੀ ਗਹਿਰੀ ਹੈ, ਬੜੀ ਸਿਆਣਪ ਨਾਲ ਤੂੰ ਸੰਸਾਰ ਨੂੰ ਚਲਾ ਰਿਹਾ ਹੈ। ਹਜ਼ੂਰ ਅੱਗੇ ਬਚਨ ਕਹਿੰਦੇ, ਰੁਜੂ ਵੱਲ ਨਿਧਾਨੈ, ਸਾਰੀਆਂ ਨਿਧੀਆਂ ਦਾ ਤੂੰ ਇੱਕ ਖਜ਼ਾਨਾ ਹੈ, ਸਾਰੀਆਂ ਸ਼ਕਤੀਆਂ ਤੇਰੇ ਵਿੱਚ ਨੇ। ਫਿਰ ਕਹਿੰਦੇ, ਹਰੀ ਫੁੱਲ ਅਜ਼ੀਮੈ, ਮਿੱਤਰ ਹੈ ਤੂੰ, ਜਿਵੇਂ ਦਾ ਤੇਰੇ ਨਾਲ ਕੋਈ ਸਾਂਝ ਪਾਉਣਾ ਚਾਹੁੰਦਾ ਤੂੰ ਉਹ ਹੀ ਰੂਪ ਧਾਰਨ ਕਰ ਜਾਂਦਾ। ਉਹਦੇ ਵਿੱਚ ਇੱਕ ਵਿਸ਼ੇਸ਼ਤਾ ਹੈ, ਰਜੂ ਵੱਲ ਨਿਧਾਨੈ। ਫਿਰ ਕਹਿੰਦੇ ਨੇ ਹਰੀ ਫੁੱਲ ਅਜ਼ੀਮ, ਅਜ਼ੀਮ ਮਿੱਤਰ ਬੜਾ ਡੂੰਘਾ ਹੈ। ਜਿਵੇਂ ਦਾ ਕੋਈ ਜੇ ਬੱਚਾ ਬਣ ਕੇ ਆਇਆ ਤੂੰ ਉਹਦੇ ਨਾਲ ਬੱਚਾ ਬਣ ਕੇ ਖੇਡਣ ਲਈ ਤਿਆਰ। ਕਲਗੀਆਂ ਵਾਲੇ ਦੇ ਜੀਵਨ ਦਾ ਇੱਕ ਅਤ ਪ੍ਰੇਮੀ, ਜਿਨ੍ਹਾਂ ਨੇ ਪਹਿਲੇ ਦਿਨ ਸ਼ਰ੍ਹਾ ਨੂੰ ਤੋੜ ਦਿੱਤਾ ਸੀ, ਭੀਖਣ ਸ਼ਾਹ ਜੀ। ਤੁਸੀਂ ਸੁਣਿਆ, ਇੱਕ ਵਾਰੀ ਤੇ ਪਟਨਾ ਸਾਹਿਬ ਗਏ, ਦਰਸ਼ਨ ਕੀਤੇ, ਇੱਕ ਵਾਰੀ ਫਿਰ ਮਿਲੇ ਸਨ ਜਦੋਂ ਹਜ਼ੂਰ 6 ਸਾਲ ਦੇ ਹੋਏ ਗੁਰੂ ਗੋਬਿੰਦ ਸਿੰਘ ਪਾਤਸ਼ਾਹ। ਤੇ ਉੱਥੋਂ ਪਟਨਾ ਸਾਹਿਬ ਤੋਂ ਜਦੋਂ ਆਏ ਸਨ ਤੇ ਰਾਹ ਵਿੱਚ ਇੱਕ ਨਗਰ ਪੈਂਦਾ ਲਖਨੌਰ, ਲਖਨੌਰ ਸਾਹਿਬ ਅੱਜ ਅਸਥਾਨ ਬਣਿਆ ਅੰਬਾਲੇ ਕੋਲ। ਇਹ ਗੁਰੂ ਕਲਗੀਆਂ ਵਾਲੇ ਦੇ ਨਾਨਕੇ ਪਿੰਡ ਸੀ, ਨਾਨਕਿਆਂ ਦਾ ਪਿੰਡ ਸੀ। ਭਾਵੇਂ ਇੱਕ ਨਾਨਕਿਆਂ ਦਾ ਪਿੰਡ ਉਹਨਾਂ ਦਾ ਕਰਤਾਰਪੁਰ ਵੀ ਰਿਹਾ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਾਦੀ ਜਲੰਧਰ ਵਾਲੇ ਕਰਤਾਰਪੁਰ ਵਿੱਚ ਹੋਈ, ਕਿਉਂਕਿ ਮਾਤਾ ਗੁਜਰੀ ਉਹਨਾਂ ਦੇ ਪਿਤਾ ਜੀ ਕੁਝ ਸਾਲਾਂ ਤੋਂ ਕਰਤਾਰਪੁਰ ਆ ਕੇ ਰਹਿਣ ਲੱਗ ਪਏ ਸਨ। ਪਰ ਪਹਿਲਾ ਜੱਦੀ ਪਿੰਡ ਜਿਹੜਾ ਹੈ ਉਹ ਗੁਰੂ ਕੇ ਸਵਾਰਿਓ ਲਖਨੌਰ ਜਿਹੜਾ ਹੈ, ਗੁਰੂ ਸਾਹਿਬ ਦੇ ਨਾਨਕਿਆਂ ਦਾ ਮਾਮਾ ਕਿਰਪਾਲ ਚੰਦ ਜੀ ਦਾ ਉਹ ਪਿੰਡ ਰਿਹਾ ਹੈ। ਤੇ ਇਹ ਵੀ ਮੈਂ ਕਿਤੇ ਸੁਣਿਆ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਰਿਸ਼ਤਾ ਵੀ ਇੱਕ ਉਦਾਸੀ ਮਹਾਤਮਾ ਨੇ ਕਰਾਇਆ ਸੀ। ਪੂਰਾ ਮੈਨੂੰ ਅਜੇ ਸ਼ੋਰ ਨਹੀਂ, ਪਰ ਇੱਥੋਂ ਤੱਕ ਕਿਹਾ ਗਿਆ ਵੀ ਬਾਬਾ ਸ੍ਰੀ ਚੰਦ ਹੋਰੀ ਇੱਥੇ ਆਉਂਦੇ ਸਨ ਲਖਨੌਰ ਸਾਹਿਬ, ਇਹਨਾਂ ਪਿੰਡਾਂ ਵਿੱਚ ਪ੍ਰਚਾਰ ਕਰਦੇ ਆਏ, ਤੇ ਉਹਨਾਂ ਨੇ ਕਿਹਾ ਸੀ ਵੀ ਤੁਸੀਂ ਆਪਣਾ ਰਿਸ਼ਤਾ ਜਿਹੜਾ ਨਾ ਗੁਰੂ ਘਰ ਨਾਲ ਜੋੜਨਾ ਹੈ। ਇਹ ਰਿਸ਼ਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ, ਇੱਥੇ ਨਾਨਕੇ ਸਨ ਤੇ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਲੰਘਦੇ ਇਸ ਲਖਨੌਰ ਸਾਹਿਬ ਦੀ ਧਰਤੀ ਤੇ ਕੁਝ ਮਹੀਨੇ ਰਹੇ ਸਨ। ਉਦੋਂ 6-7 ਸਾਲ ਦੇ ਸਨ ਤੇ ਬਚਪਨ ਸੀ, ਇੱਥੇ ਖੇਡਦੇ ਸਨ ਬੱਚਿਆਂ ਵਿੱਚ। ਇਹਦੇ ਨਾਲ ਹੀ ਪੈਂਦਾ ਭੀਖਣ ਸ਼ਾਹ ਦਾ ਪਿੰਡ, ਗੁਰੂ ਕੇ ਸਵਾਰਿਓ ਕੜਾਮ ਨੇੜੇ ਪੈਂਦਾ ਸੀ ਅੰਬਾਲੇ ਦੇ, ਤੇ ਉਹ ਵੀ ਨੇੜੇ। ਪਤਾ ਲੱਗਾ ਵੀ ਇੱਥੇ ਆਏ ਹੋਏ ਨੇ, ਮਨ ਕੀਤਾ ਵੀ ਛੋਟੇ ਸਨ ਜਦੋਂ ਦਰਸ਼ਨ ਕੀਤੇ, ਚਲੋ ਅੱਜ ਫਿਰ ਮਿਲ ਕੇ ਆਈਏ। 2-4 ਮੁਰੀਦ ਨਾਲ ਲਏ, ਫਿਰ ਚਲੇਗਾ ਲਖਨੌਰ। ਤੇ ਬਾਹਰਲੇ ਪਾਸੇ ਕੀ ਵਹਿੰਦੇ ਨੇ, ਆਪ ਸਨ ਗੁਰੂ ਕੇ ਸਵਾਰਿਓ ਸਵਾਰੀ ਤੇ ਆਮ ਤੌਰ ਤੇ ਜਿਹੜੇ ਪੀਰ ਸਤਿਕਾਰਯੋਗ ਹੁੰਦੇ ਸਨ, ਉਹਨਾਂ ਦੇ ਮੁਰੀਦ ਉਹਨਾਂ ਨੂੰ ਕਿਸੇ ਨਾ ਕਿਸੇ ਸਵਾਰੀ ਤੇ ਚੁੱਕਦੇ ਸਨ, ਖਾਸੇ ਦੇ ਉੱਤੇ ਬਿਠਾ ਕੇ ਚੌਵਾਂ ਪਾਸੇ ਚੁੱਕ ਕੇ ਲਿਜਾਂਦੇ, ਉਹਦੇ ਉੱਤੇ ਬੈਠ ਕੇ ਜਾ ਰਹੇ ਸਨ। ਤਾਂ ਫਕੀਰ ਜੀ ਨੇ ਵੇਖਿਆ, ਭੀਖਣ ਸ਼ਾਹ ਜੀ ਨੇ, ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ, ਜਾਂ ਉਦੋਂ ਗੋਬਿੰਦ ਰਾਏ ਸਨ, ਮੈਂ ਵੀ ਕਹਿ ਦਿਆਂ, ਤਾਂ ਉਹਨਾਂ ਵੇਖਿਆ ਵੀ ਬੱਚਿਆਂ ਦੇ ਵਿੱਚ ਖੇਡ ਰਹੇ ਨੇ। ਮੁਰੀਦਾਂ ਨੂੰ ਕਿਹਾ ਵੀ ਤੁਸੀਂ ਰੱਖ ਦਿਓ ਇਸ ਖਾਸੇ ਨੂੰ, ਜ਼ਮੀਨ ਤੇ ਰੱਖ ਦਿੱਤਾ। ਆਪ ਉਤਰ ਕੇ ਗਏ ਬੱਚਿਆਂ ਵੱਲ, ਤੇ ਸਾਰੇ ਬੱਚੇ ਵੇਖ ਕੇ ਹੈਰਾਨ ਹੋ ਗਏ ਵੀ ਇੱਕ 50-55 ਸਾਲ ਦਾ ਸੱਜਣ ਬਜ਼ੁਰਗ ਸਾਡੇ ਵੱਲ ਆ ਰਿਹਾ ਹੈ, ਇਹ ਕੌਣ ਹੋ ਸਕਦਾ ਹੈ। ਸਾਰੇ ਪਰਾਂ ਤੁਰ ਗਏ, ਸਤਿਗੁਰੂ ਖੜੇ ਰਹੇ। ਭੀਖਣ ਸ਼ਾਹ ਨੇੜੇ ਗਏ, ਸਤਿਗੁਰਾਂ ਨੇ ਵੀ ਪਹਿਚਾਨ ਲਿਆ, ਤੇ ਉਹੀ ਭੀਖਣ ਸ਼ਾਹ ਜਿਹੜਾ ਪਟਨੇ ਵਿੱਚ ਆਇਆ ਸੀ। ਨੇੜੇ ਚਲੇ ਗਏ, ਦੋਵਾਂ ਦੀ ਮਿਲਣੀ ਹੋਈ। ਪੀਰ ਨੇ ਝੁੱਕ ਕੇ ਸਲਾਮ ਕੀਤੀ, ਸਤਿਗੁਰਾਂ ਨੇ ਬਾਹਾਂ ਫੜ ਲਈਆਂ, ਪੀਰ ਨੂੰ ਬੜਾ ਪਿਆਰ ਕੀਤਾ। ਪਰ ਅਜੇ ਸਤਿਗੁਰੂ ਛੋਟੇ ਸਨ। ਇਤਿਹਾਸ ਕਹਿੰਦਾ ਹੈ ਭੀਖਣ ਸ਼ਾਹ ਹੋਰਾਂ ਨੇ ਕਲਗੀਆਂ ਵਾਲੇ ਨੂੰ ਆਪਣੀ ਗੋਦ ਵਿੱਚ ਚੁੱਕ ਲਿਆ,
6-7 ਸਾਲ ਦੇ ਸਨ। ਇਸ ਤਰ੍ਹਾਂ ਹੱਥ ਪਾ ਕੇ ਪਿਆਰ ਨਾਲ ਚੁੱਕ ਕੇ ਘੁੱਟ ਕੇ ਛਾਤੀ ਨਾਲ ਲਾਇਆ ਤੇ ਕਲਗੀਆਂ ਵਾਲੇ ਪਾਤਸ਼ਾਹ ਨੇ ਆਪਣੀਆਂ ਦੋਵੇਂ ਬਾਹਾਂ ਪੀਰ ਜੀ ਦੀ ਧੌਣ ਦੇ ਦੁਆਲੇ ਪਾ ਲਈਆਂ। ਬੜੀ ਡੂੰਘੀ ਮਿਲਣੀ ਹੋਈ ਦੋਵਾਂ ਦੀ। ਉੱਥੇ ਇਤਿਹਾਸ ਕਹਿੰਦਾ ਹੈ ਕਿ ਲੋਕ ਦੁਆਲੇ ਵੇਖ ਰਹੇ ਸਨ ਵੀ ਅਨੋਖੀ ਗੱਲ ਹੈ। ਭੀਖਣ ਸ਼ਾਹ ਮਸ਼ਹੂਰ ਸਨ ਇਸ ਇਲਾਕੇ ਵਿੱਚ। ਕਹਿੰਦੇ ਭੀਖਣ ਸ਼ਾਹ ਦੇ ਮੋਢੇ ਤੇ ਸੀ ਇੱਕ ਪਰਨਾ ਕੱਪੜਾ ਸੀ ਤੇ ਸਤਿਗੁਰੂ ਖੇਡ ਰਹੇ ਸਨ ਬੱਚਿਆਂ ਵਿੱਚ। ਸਰੀਰ ਸਾਰਾ ਮਿੱਟੀ ਨਾਲ ਭਰਿਆ ਹੋਇਆ ਸੀ, ਘੱਟਾ ਮਿੱਟੀ ਲੱਗਾ ਹੋਇਆ ਸੀ। ਭੀਖਣ ਸ਼ਾਹ ਨੇ ਫਿਰ ਪਿਆਰ ਨਾਲ ਸੋਚਿਆ, ਮਣਾ ਇਹਦੀ ਸੇਵਾ ਕੁਝ ਕਰ ਲਵਾਂ। ਆਪਣੇ ਮੋਢੇ ਤੋਂ ਇੱਕ ਹੱਥ ਨਾਲ ਚੁੱਕੀ ਰੱਖਿਆ ਤੇ ਦੂਜੇ ਹੱਥ ਨਾਲ ਆਪਣਾ ਉਹ ਪਰਨਾ ਜਿਹੜਾ ਸੀ ਫੜ ਕੇ ਉਹਦੇ ਨਾਲ ਸਤਿਗੁਰਾਂ ਦੇ ਲੱਤਾਂ ਤੋਂ ਪੈਰਾਂ ਤੋਂ ਮਿੱਟੀ ਝਾੜਨ ਲੱਗ ਪਿਆ। ਸੇਵਾ ਕੀਤੀ ਇਹਨੇ। ਮਿੱਟੀ ਕਾਦੀ ਝਾੜੀ, ਬਸ ਉਹਨੇ ਆਪਣੇ ਉਤੋਂ ਝਾੜ ਲਈ। ਸਤਿਗੁਰਾਂ ਨੂੰ ਜਿਹੜਾ ਘੱਟਾ ਮਿੱਟੀ ਲੱਗਿਆ ਸੀ ਝਾੜਿਆ ਪਿਆਰ ਨਾਲ, ਬੜਾ ਸਨੇਹ ਕੀਤਾ, ਬੜਾ ਪਿਆਰ। ਇਹ ਹੈ ਹੀ ਦੁਨੀਆ ਪਿਆਰ ਦੀ ਸੀ। ਜਿੰਨਾ ਪਿਆਰ ਹੋਵੇਗਾ ਓਨੀ ਗੁਰੂ ਨਾਲ ਨਜ਼ਦੀਕਤਾ ਵਧੇਗੀ। ਝਾੜਿਆ ਪਿਆਰ ਨਾਲ। ਬੜੀ ਔਖੀ ਗੱਲ ਸੀ। ਵੈਸੇ ਉਮਰ ਦਾ ਤਕਾਜ਼ਾ ਬਹੁਤ ਰੁਕਾਵਟ ਬਣਦਾ ਧਰਮ ਦੀ ਦੁਨੀਆ ਵਿੱਚ। ਕਈ ਵਾਰੀ ਉਮਰ ਹੁੰਦੀ ਏ, ਤੁਸੀਂ ਕਦੀ ਵੇਖੋ ਬਈ ਗੁਰੂ ਅਮਰਦਾਸ ਜੀ ਦੀ ਉਮਰ 60 ਸਾਲ ਤੇ ਜਿਸ ਗੁਰੂ ਕੋਲ ਆਏ ਸਨ ਉਹਨਾਂ ਦੀ ਉਮਰ ਬਿਲਕੁਲ ਥੋੜ੍ਹੀ। ਕਿੰਨੇ ਵੱਡੇ ਸਨ ਗੁਰੂ ਅੰਗਦ ਦੇਵ ਜੀ ਤੋਂ। ਔਖਾ ਹੋ ਜਾਂਦਾ, ਰੁਕਾਵਟ ਹੋ ਜਾਂਦੀ। ਇਸੇ ਤਰ੍ਹਾਂ ਭੀਖਣ ਸ਼ਾਹ ਦੀ ਉਮਰ ਬੜੀ ਸੀ, ਪਰ ਫਿਰ ਵੀ ਇੱਜ਼ਤ ਵੀ ਬੜੀ ਸੀ ਇਲਾਕੇ ਵਿੱਚ, ਲੋਕ ਜਾਣਦੇ ਵੀ ਬੜੇ ਸਨ। ਪਰ ਫਿਰ ਵੀ ਸਭ ਕੁਝ ਨੂੰ ਪਾਸੇ ਰੱਖ ਕੇ ਸਤਿਗੁਰਾਂ ਦੇ ਚਰਨ ਝਾੜੇ। ਨਿਹਾਲ ਹੋ ਗਿਆ। ਸਤਿਗੁਰਾਂ ਨੇ ਕਿਰਪਾ ਕਰ ਦਿੱਤੀ। ਉਹ ਖਜ਼ਾਨਾ ਜਿਹੜਾ ਲੱਭ ਰਿਹਾ ਸੀ ਜਨਮ ਤੋਂ ਲੈ ਕੇ ਅੱਜ ਤੱਕ, ਇੱਕ ਦ੍ਰਿਸ਼ਟੀ ਭਰ ਕੇ ਪਾਈ ਤੇ ਅੰਦਰੋਂ ਮਾਲਾ ਮਾਲ ਕਰ ਦਿੱਤਾ। ਇਸ ਤਰ੍ਹਾਂ ਦਾ ਕਹਿੰਦੇ ਉਹਦਾ ਸੁਭਾਅ ਹੈ, ਉਹਦਾ ਜੀਵਨ ਬਿਲੰਦੁਲ ਮਕਾਨਾ ਹੈ। ਮੈਂ ਗੱਲ ਕਰ ਰਿਹਾ ਸੀ ਹਰੀ ਫੁੱਲ ਅਜ਼ੀਮ ਹੈ, ਮਿੱਤਰ ਹੈ ਸਾਰਿਆਂ ਦਾ। ਗੁਰੂ ਜਿਹੜਾ ਇਕੱਲਾ ਗੁਰੂ ਨਹੀਂ, ਗੁਰੂ ਤੇ ਸਿੱਖ ਜਿਹੜੇ ਨੇ ਉਹਨਾਂ ਦੀ ਤੇ ਵਿੱਥ ਰਹਿੰਦੀ ਹੈ। ਸਿੱਖ ਹਿਸਾਬ ਗੁਰੂ ਨਾਲ ਕਰਦਾ ਰਹਿੰਦਾ, ਪਰ ਜਦੋਂ ਗੁਰਸਿੱਖ ਹੋ ਜਾਂਦਾ ਨਾ, ਸਾਂਝ ਬਣਦੀ, ਉਦੋਂ ਫਿਰ ਗੁਰੂ ਉਹਦਾ ਮਿੱਤਰ ਬਣ ਜਾਂਦਾ ਹੈ, ਦੋਸਤ। ਨੇੜਤਾ ਵੱਧ ਜਾਂਦੀ ਹੈ, ਫਿਰ ਗੱਲਾਂ ਚੱਲ ਜਾਂਦੀਆਂ ਸਿੱਧੀਆਂ, ਵੱਧ ਘੱਟ ਵੀ ਕੋਈ ਨਾ ਕੋਈ ਗੱਲ ਹੋ ਸਕਦੀ ਹੈ। ਇਹ ਭਗਤਾਂ ਨੇ ਤਾਂ ਹੀ ਕਿਹਾ ਸੀ, ਜਦੋਂ ਸਧਨਾ ਜੀ ਨੇ ਕਿਹਾ ਵੀ ਬੰਦਗੀ ਕਰਦੇ ਸਨ, ਕੋਈ ਗੱਲ ਬਣੀ ਨਾ। ਇੱਕ ਦਿਨ ਉਹਨਾਂ ਨੇ ਕਿਹਾ ਵੀ ਜਦੋਂ ਮਰ ਜਾਵਾਂਗੇ ਉਦੋਂ ਹੀ ਕਿਰਪਾ ਕਰੋਗੇ। ਇਹ ਗੱਲ ਸਿੱਧੀ ਹੈ ਨਾ, ਜਿਹਦੇ ਨਾਲ ਗੱਲ ਖੁੱਲ੍ਹ ਜਾਏ ਉਹਦੇ ਨਾਲ ਹੀ ਬੰਦਾ ਕਰ ਸਕਦਾ ਨਾ। ਜੇ ਹੁਣ ਪਹਿਲੇ ਦਿਨ ਗਿਆ ਉੱਥੇ ਥੋੜ੍ਹੀ ਗੱਲ ਹੋਵੇਗੀ। ਸਧਨਾ ਜੀ ਦਾ ਤੁਸੀਂ ਸ਼ਬਦ ਪੜ੍ਹਦੇ ਹੋ ਵੀ ਮੁਵੇ ਹੋਏ ਜੋ ਮੁਕਤ, ਵਾਹਿਗੁਰੂ ਨਾਮਦੇਵ ਜੀ ਦਾ ਸ਼ਬਦ ਹੈ। ਮੁਵੇ ਹੋਏ ਜੋ ਮੁਕਤ ਦੇਹੋਗੇ, ਮੁਕਤ ਨਾ ਜਾਣੈ ਕੋਇਲਾ। ਵੀ ਜਿੱਦਣ ਅਰਥੀ ਤੇ ਰੱਖ ਦੇਣਗੇ ਲੋਕ ਚੁੱਕ ਕੇ, ਉਦਣ ਹੀ ਕਿਰਪਾ ਕਰਨੀ ਹੈ। ਤੂੰ ਪਹਿਲਾਂ ਵੀ ਕਰ, ਕੋਈ ਜਿਉਂਦਿਆਂ ਵੀ ਵੇਖ ਲਈਏ ਕੁਝ ਨਾ ਕੁਝ। ਇਹ ਬੜੀ ਨੇੜਤਾ ਦੀਆਂ ਗੱਲਾਂ ਨੇ। ਇਹ ਉੱਥੇ ਹਿਸਾਬ ਕਿਤਾਬ ਨਹੀਂ ਰਹਿੰਦਾ, ਇਹ ਤੇ ਪਹਿਲਾਂ ਹੀ ਸਾਰਾ ਕੁਝ। ਇਸ ਕਰਕੇ ਉਹ ਬੜਾ ਨਜ਼ਦੀਕੀ ਮਿੱਤਰ ਹੈ। ਕਹਿੰਦੇ ਹਰੀ ਫੁੱਲ ਅਜੀਮੈ, ਬਹੁਤ ਨਜ਼ਦੀਕ ਵਾਲਾ ਮਿੱਤਰ ਹੈ। ਰਜਾਇਕ ਯਕੀਨੈ, ਔਰ ਹਜ਼ੂਰ ਕਹਿੰਦੇ ਨੇ ਤੂੰ ਯਕੀਨ ਕਰ ਬਈ ਉਹ ਰਜਾਇਕ ਤੈਨੂੰ ਰਿਜ਼ਕ ਦੇਣ ਵਾਲਾ ਹੈ। ਇਸ ਯਕੀਨ ਵਿੱਚ ਜਿੰਦਾ ਰਹਿ, ਯਕੀਨ ਵਿੱਚ ਜੀਵਿਆ ਕਰ। ਅੱਗੇ ਬਚਨ ਕੀਤੇ ਕਹਿੰਦੇ ਅਨੇਕੁਲ ਤਰੰਗ ਹੈ। ਇਹ ਉਹਦੇ ਹੋਣ ਦਾ ਬੜਾ ਗਹਿਰਾ ਵਿਗਿਆਨ ਹੈ ਬਈ ਉਹ ਅਨੇਕ ਤਰੰਗਾਂ ਬਣ ਕੇ ਬ੍ਰਹਿਮੰਡ ਵਿੱਚ ਪਸਰਿਆ ਹੋਇਆ ਹੈ। ਅਨੇਕੁਲ ਤਰੰਗ ਹੈ, ਪਸਰਿਓ ਆਪ ਹੋਏ ਅਨਿਤ ਤਰੰਗ, ਲਖੇ ਨਾ ਜਾਹੇ ਪਾਰ ਬ੍ਰਹਮ ਕੇ ਰੰਗ। ਤਰੰਗ ਸ਼ਬਦ ਬੜਾ ਮਹਿੰਗਾ ਹੈ, ਗੁਰੂ ਗ੍ਰੰਥ ਸਾਹਿਬ ਵਿੱਚ ਕਈ ਵਾਰੀ ਆਇਆ। ਗੁਰੂ ਰਾਮਦਾਸ ਜੀ ਨੇ ਵੀ ਕਿਹਾ ਜਪ ਅਨੰਤ ਤਰੰਗਾ। ਇਸ ਮਹਿੰਗੇ ਸ਼ਬਦ ਨੂੰ ਆਪਾਂ
ਕੱਲ੍ਹ ਤੇ ਸ਼ਾਇਦ ਮੈਂ ਨਾ ਹਾਜ਼ਰੀ ਭਰ ਸਕਾਂ, ਪਰਸੋਂ ਨੂੰ ਇਹ ਆਪ ਜੀ ਨਾਲ ਸਾਂਝਾ ਕਰਾਂਗਾ। ਸੋ ਇੰਨੀਆਂ ਬੇਨਤੀਆਂ ਪ੍ਰਵਾਨ, 1-2 ਮਿੰਟ ਵਾਸਤੇ ਗੁਰੂ ਸ਼ਬਦ ਨਾਲ ਸਾਂਝ ਪਾਈਏ। ਸਾਰਿਆਂ ਨੇ ਕਿਰਪਾ ਕਰਨੀ। ਵਾਹਿਗੁਰੂ ਵਾਹਿਗੁਰੂ ਵਾਹਿ